ਵੇਲੇ ਦੇ ਦੀਵਾਨਾਂ 'ਚ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸਤਿਗੁਰੂ ਜੀ ਦਾ ਪਾਵਨ ਇਤਿਹਾਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਜੀਵਨ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਸਰਵਣ ਕਰ ਰਹੇ ਹੋ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਮਹਾਨ ਪਰਮ ਕਿਰਪਾਲੂ ਦਿਆਲੂ ਸਤਿਗੁਰੂ ਗੁਰਦੇਵ ਹਨ। ਗਰੀਬ ਨਵਾਜ ਪਾਤਸ਼ਾਹ ਜੀ ਦੀ ਕੁਝ ਬੰਸਾਵਲੀ ਦੀ ਕਥਾ ਚੱਲੀ ਹੈ ਕਿ ਸਤਿਗੁਰਾਂ ਦੇ ਸਪੁੱਤਰ ਬਾਬਾ ਮੋਹਰੀ ਜੀ, ਉਹਨਾਂ ਦੇ ਗ੍ਰਹਿ ਵਿਖੇ 3 ਪੁੱਤਰਾਂ ਨੇ ਜਨਮ ਲਿਆ ਹੈ। ਤਿੰਨੇ ਪੁੱਤਰ ਆਤਮ ਗਿਆਨੀ ਹਨ। ਬਾਬਾ ਅਰਥਮਲ ਜੀ, ਬਾਬਾ ਆਨੰਦ ਜੀ ਜੋ ਪੂਰਵ ਜਨਮ 'ਚ ਯੋਗੀ ਸਨ, ਔਰ ਆਨੰਦ ਦੀ ਇੱਛਾ ਲੈ ਕੇ ਸਤਿਗੁਰਾਂ ਦੇ ਘਰ ਜਨਮ ਲੈ ਕੇ ਆਏ। ਇਹਨਾਂ ਦੇ ਜਨਮ ਤੇ ਸਤਿਗੁਰਾਂ ਨੇ ਇਹਨਾਂ ਨੂੰ ਭੇਟਾ ਦਿੱਤੀ ਸੀ ਸ੍ਰੀ ਆਨੰਦ ਸਾਹਿਬ ਜੀ ਦੀ ਬਾਣੀ ਉਚਾਰ ਕੇ। ਤਿਸਰੇ ਪੁੱਤਰ ਅਰਜਾਨੀ ਮੱਲ ਦਾ ਜਨਮ ਹੋਇਆ ਹੈ। ਬਾਬਾ ਮੋਹਣ ਜੀ ਜੋ ਗੁਰੂ ਅਮਰਦਾਸ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਨੇ, ਵੱਡੇ ਸਪੁੱਤਰ ਨੇ। ਬਾਬਾ ਮੋਹਣ ਜੀ ਦੇ ਘਰ ਦੇ ਵਿੱਚ ਹਾਲੇ ਕੋਈ ਔਲਾਦ ਨਹੀਂ ਸੀ, ਸੰਤਾਨ ਨਹੀਂ ਸੀ। ਤੋ ਉਸ ਵਕਤ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਬਾਬਾ ਮੋਹਣ ਜੀ ਤਾਂ ਅਲਮਸਤ ਅਵਸਥਾ ਦੇ ਧਾਰਨੀ ਨੇ, ਇੱਕ ਰਸ ਅਵਸਥਾ ਵਿੱਚ ਟਿਕੇ ਰਹਿੰਦੇ ਨੇ, ਕਿਸੇ ਨਾਲ ਕੁਝ ਬੋਲਦੇ ਨਹੀਂ, ਨਾ ਕਿਸੇ ਦੀ ਕੋਈ ਗੱਲ ਸੁਣਦੇ ਨੇ, ਆਪਣੇ ਹੀ ਆਨੰਦ 'ਚ ਲਿਵਲੀਨ ਰਹਿੰਦੇ ਨੇ। ਉਹਨਾਂ ਦੇ ਗ੍ਰਹਿ ਵਿਖੇ ਵੀ ਔਲਾਦ ਹੋਵੇ। ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤਾ ਕਿ ਬਾਬੇ ਮੋਹਣ ਦੀ ਘਰਵਾਲੀ ਨੂੰ ਆਖੋ ਕਿ ਉਹ ਆਪਣੇ ਪਤੀ ਦੇਵ ਦੇ ਚਰਨਾਂ ਵਿੱਚ ਜਾਵੇ, ਪਰਮੇਸ਼ਰ ਉਹਦੀ ਆਸਾ ਪੂਰਨ ਕਰਨਗੇ। ਗੁਰੂ ਸਾਹਿਬ ਨੇ ਜਿਵੇਂ ਕਿਹਾ, ਸੁੰਦਰ ਵਸਤਰ ਧਾਰਨ ਕਰਕੇ ਬਾਬਾ ਮੋਹਣ ਜੀ ਦੇ ਚਰਨਾਂ ਵਿੱਚ ਆ ਕੇ ਇਸਨੇ ਨਮਸਕਾਰ ਕੀਤੀ ਹੈ। ਵਾਹਿਗੁਰੂ ਪਰਮੇਸ਼ਰ ਦੀ ਦਇਆ ਹੋਈ ਹੈ, ਨਿਰੰਕਾਰ ਦੀ ਦਇਆ ਹੋਈ ਹੈ। ਇਸ ਦੀ ਕੁੱਖ ਤੋਂ ਵੀ ਇੱਕ ਬਾਲਕ ਨੇ ਜਨਮ ਲਿਆ ਹੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਇਸ ਤਰ੍ਹਾਂ ਬਹੁਤ ਵੱਡਾ ਪਰਿਵਾਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਪਣੇ ਪੋਤਰਿਆਂ ਦੀ ਪਰਵਰਿਸ਼ ਵੀ ਕਰਦੇ ਨੇ। ਬਾਬਾ ਸੰਸਰਾਮ ਦਾ ਨਾਮ ਰੱਖਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਜੋ ਬਾਬਾ ਸੁੰਦਰ ਜੀ ਦੀ ਬਾਣੀ ਆਉਂਦੀ ਹੈ ਰਾਮਕਲੀ ਰਾਗ ਦੇ ਸੱਦ, ਉਹ ਬਾਬਾ ਸੰਸਰਾਮ ਜੀ ਦੇ ਅੱਗੇ ਪੁੱਤਰ ਸਨ। ਤੋ ਸਤਿਗੁਰੂ ਜੀ ਦੇ ਪੋਤਰਿਆਂ ਦੀ ਪਰਵਰਿਸ਼ ਮਹਾਰਾਜ ਜੀ ਦੀ ਦੇਖ ਰੇਖ 'ਚ ਹੋ ਰਹੀ ਹੈ। ਉਧਰ ਸਤਿਗੁਰਾਂ ਦੇ ਦੋਤੇ ਨੇ ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਦੇਵ ਜੀ ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਬਚਪਨ ਵੀ ਗੋਇੰਦਵਾਲ ਸਾਹਿਬ ਵਿਖੇ ਸਤਿਗੁਰਾਂ ਦੀ ਸੰਗਤ ਵਿੱਚ ਬਤੀਤ ਹੋ ਰਿਹਾ ਹੈ। ਆਓ ਸਤਿਗੁਰਾਂ ਦੇ ਘਰ ਦੀ ਕੁਝ ਹੋਰ ਕਥਾ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸ੍ਰੀ ਗੁਰੂ ਅਮਰਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਕਥਾ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਕਰੋ ਪਵਿੱਤਰ। ਔਰ ਆਖੋ ਜੀ ਸਤਨਾਮ ਸ਼੍ਰੀ ਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ
ਸ੍ਰੀ ਗੁਰ ਕਿਰਪਾ ਨਿਦਾਨ ਬਰ ਸਕਲ ਲੋਕ ਸੁਖ ਦਾਨ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਨਿਧਾਨ ਹਨ। ਨਿਧਾਨ ਦਾ ਮਤਲਬ ਹੁੰਦਾ ਖਜ਼ਾਨਾ। ਸਤਿਗੁਰੂ ਜੀ ਕਿਰਪਾ ਦੇ ਖਜ਼ਾਨੇ ਹਨ ਔਰ ਦੁਨੀਆ ਦੇ ਸਮਸਤ ਸੰਸਾਰ ਦੇ ਲੋਕਾਂ ਨੂੰ ਸੁਖ ਦੇਣ ਵਾਲੇ ਸੁਖਦਾਨੀ ਹਨ। ਸੁੱਖਾਂ ਦੇ ਦਾਤੇ ਹਨ ਜੋ ਸੰਸਾਰ ਦੇ ਸਮਸਤ ਪ੍ਰਾਣੀਆਂ ਨੂੰ ਸੁਖ ਦੇਣ ਵਾਲੇ ਹਨ। ਭਾਗਹੀਨ ਨਿੰਦਕ ਲਹਿਤ ਨਿਜ ਕਰਮਨ ਫਲ ਜਾਨ। ਪਰ ਖਾਲਸਾ ਜੀ ਜਿਹੜੇ ਭਾਗਹੀਣੇ ਮਨੁੱਖ ਨੇ, ਜਿਨ੍ਹਾਂ ਦੇ ਭਾਗ ਹੀ ਨਹੀਂ ਹਨ, ਨਿਰਭਾਗੇ ਜਿਨ੍ਹਾਂ ਨੂੰ ਕਹਿ ਸਕਦੇ ਹਾਂ, ਉਹ ਜਿਹੜੇ ਭਾਗਹੀਣ ਲੋਕ ਨੇ ਆਪਣੇ ਕਰਮਾਂ ਦੇ ਫਲ ਅਨੁਸਾਰ ਉਹ ਸਤਿਗੁਰਾਂ ਦੀ ਸ਼ਰਨ ਵਿੱਚ ਰਹਿ ਕੇ ਵੀ, ਮਹਾਰਾਜ ਜੀ ਦੇ ਨੇੜੇ ਰਹਿ ਕੇ ਵੀ ਸੁੱਖ ਨਹੀਂ ਪ੍ਰਾਪਤ ਕਰ ਸਕਦੇ। ਸਤਿਗੁਰੂ ਜੀ ਤਾਂ ਸਾਰਿਆਂ ਨੂੰ ਸੁੱਖ ਦੇਣ ਵਾਲੇ ਸੁਖਦਾਤੇ ਨੇ, ਪਰ ਜਿਹੜੇ ਭਾਗਹੀਣੇ ਮਨੁੱਖ ਨੇ, ਜਿਨ੍ਹਾਂ ਦੇ ਭਾਗ ਮਾੜੇ ਨੇ, ਉਹ ਮਹਾਰਾਜ ਜੀ ਦੇ ਕੋਲ ਰਹਿ ਕੇ ਵੀ ਸਤਿਗੁਰਾਂ ਦੇ ਕੋਲੋਂ ਸੁੱਖ ਪ੍ਰਾਪਤ ਨਹੀਂ ਕਰ ਸਕਦੇ। ਉਹਨਾਂ ਨੂੰ ਆਪਣੇ ਕੀਤੇ ਮਾੜੇ ਕਰਮਾਂ ਦਾ ਫਲ ਪ੍ਰਾਪਤ ਹੁੰਦਾ ਹੈ। ਜੈਸੇ ਭਾਨ ਉਦੇ ਭਏ ਸਭ ਜਗ ਤਿਮਰ ਨਸਾਏ। ਜਿਵੇਂ ਸੂਰਜ ਚੜ੍ਹਦਾ ਹੈ, ਸੰਸਾਰ ਦੇ ਸਾਰੇ ਜੀਵ ਸੁਖੀ ਹੁੰਦੇ ਨੇ। ਜਦੋਂ ਸੂਰਜ ਉਦੇ ਹੁੰਦਾ ਹੈ, ਸੂਰਜ ਦਾ ਪ੍ਰਕਾਸ਼ ਹੁੰਦਾ ਹੈ, ਤੇ ਸੂਰਜ ਦੇ ਪ੍ਰਕਾਸ਼ ਸਮੇਂ ਸੂਰਜ ਦੇ ਉਦੇ ਹੋਣ ਨਾਲ ਸਾਰਾ ਸੰਸਾਰ ਸੁਖੀ ਹੁੰਦਾ ਹੈ। ਸਾਰੇ ਸੰਸਾਰ ਨੂੰ ਸੂਰਜ ਦਾ ਪ੍ਰਕਾਸ਼ ਜਿਹੜਾ ਹੈ ਉਹ ਬੜਾ ਚੰਗਾ ਲੱਗਦਾ ਹੈ। ਦੁਰਭਾਗੀ ਪੇਚਕ ਤੋ ਅੰਧ ਭਏ ਦੁਖ ਪਾਏ। ਪਰ ਜਿਹੜੇ ਦੁਰਭਾਗੀ ਮਾੜੇ ਭਾਗਾਂ ਵਾਲੇ ਪੇਚਕ, ਪੇਚਕ ਦਾ ਮਤਲਬ ਹੁੰਦਾ ਹੈ ਉੱਲੂ ਤੇ ਚਮਗਿੱਦੜ। ਉੱਲੂ ਆਦਿਕ ਜਿਹੜੇ ਤਮਚਰ ਜੀਵ ਨੇ, ਰਾਤ ਦੇ ਹਨੇਰੇ 'ਚ ਵਿਚਰਦੇ ਨੇ, ਜਿਨ੍ਹਾਂ ਨੂੰ ਹਨੇਰਾ ਚੰਗਾ ਲੱਗਦਾ ਹੈ, ਉਹ ਜਿਹੜੇ ਜੀਵ ਨੇ ਜਦੋਂ ਸੂਰਜ ਚੜ੍ਹਦਾ ਤੇ ਫਿਰ ਉਹ ਦੁਖੀ ਹੁੰਦੇ ਨੇ। ਇਸੇ ਤਰ੍ਹਾਂ ਜਿਹੜੇ ਸਤਿਗੁਰਾਂ ਦੇ ਦਰ ਘਰ ਦੇ ਨਿੰਦਕ ਨੇ, ਨਿੰਦਾ ਕਰਨ ਵਾਲੇ ਨੇ, ਉਹਨਾਂ ਨੂੰ ਸਤਿਗੁਰਾਂ ਦਾ ਪ੍ਰਤਾਪ ਨਹੀਂ ਚੰਗਾ ਲੱਗਦਾ। ਸਤਿਗੁਰੂ ਜੀ ਸੂਰਜ ਦੇ ਸਮਾਨ ਪ੍ਰਕਾਸ਼ ਕਰਨ ਵਾਲੇ, ਸੇਵਕਾਂ ਤੇ ਸਿੱਖਾਂ ਨੂੰ ਸੁਖ ਦੇਣ ਵਾਲੇ ਨੇ, ਪਰ ਜਿਹੜੇ ਨਿੰਦਕ ਪੇਚਕਾਂ ਦੇ ਸਮਾਨ ਨੇ, ਉੱਲੂਆਂ ਦੇ ਸਮਾਨ ਨੇ, ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੋ ਪ੍ਰਕਾਸ਼ ਹੈ ਉਹ ਚੰਗਾ ਨਹੀਂ ਲੱਗਦਾ। ਕਿਉ ਪਈ ਸਭ ਜਗ ਸਤਿਗੁਰ ਕੇ ਗੁਣ ਗਾਵੇ। ਦਰਸ ਪਰਸ ਮਨ ਬਾਚਤ ਪਾਵੇ। ਜਿਤਨਾ ਸੰਸਾਰ ਹੈ ਸਾਰੇ ਜਗਤ ਦੇ ਲੋਕ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸਦੇ ਨੇ, ਔਰ ਦਰਸ਼ਨ ਪਰਸ ਕੇ ਉਹਨਾਂ ਨੂੰ ਮਨ ਬਾਂਛਤ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸਾਹਿਬ ਦੇ ਦਰਸ਼ਨਾਂ ਦਾ ਮਹਾਤਮ ਹੀ ਇਤਨਾ ਹੈ ਕਿ ਸਤਿਗੁਰਾਂ ਦੇ ਦਰਸ਼ਨ ਕਰਕੇ ਸਾਰੇ ਜਗਤ ਦੇ ਬਹੁਤ ਸਾਰੇ ਜੀਵ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਗੋਇੰਦਵਾਲ ਸਾਹਿਬ ਆਉਂਦੇ ਨੇ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਉਹਨਾਂ ਨੂੰ ਮਨ ਬਾਂਛਤ ਫਲਾਂ ਦੀ ਪ੍ਰਾਪਤੀ ਹੁੰਦੀ। ਜੋ ਮਨ ਦੀ ਕਾਮਨਾ ਹੈ ਉਹ ਮਨ ਕਾਮਨਾਵਾਂ ਉਹਨਾਂ ਦੀਆਂ ਪੂਰਨ ਹੁੰਦੀਆਂ ਹਨ। ਤਪਾ ਹੁਤੋ ਇੱਕ ਗੋਇੰਦਵਾਲ ਸੁਨ ਜਸ ਜਰੈ ਹੋਤ ਬੇਹਾਲ। ਖਾਲਸਾ ਜੀ ਜਿਵੇਂ ਉੱਪਰ ਜ਼ਿਕਰ ਕਰਕੇ ਆਏ ਨੇ ਭਾਈ ਸਾਹਿਬ ਕਿ ਸੂਰਜ ਚੜ੍ਹਨ ਦੇ ਨਾਲ ਜਿੱਥੇ ਲੋਕ ਖੁਸ਼ ਹੁੰਦੇ ਨੇ, ਉੱਥੇ ਉੱਲੂ ਜਿਹੜੇ ਨੇ ਉਹ ਦੁਖੀ ਹੁੰਦੇ ਨੇ, ਅੰਨੇ ਹੋ ਜਾਂਦੇ ਨੇ। ਇਸੇ ਤਰ੍ਹਾਂ ਜਿੱਥੇ ਸਤਿਗੁਰਾਂ ਦਾ ਸੁਜਸ ਵੇਖ ਕੇ ਸਿੱਖ ਪ੍ਰਸੰਨ ਹੁੰਦੇ ਨੇ, ਉੱਥੇ ਗੋਇੰਦਵਾਲ ਸਾਹਿਬ ਦੇ ਵਿੱਚ ਇੱਕ ਤਪਾ ਰਹਿੰਦਾ ਹੈ। ਇਹ ਜਿਹੜਾ ਤਪਾ ਹੈ ਇਹ ਉੱਲੂ ਦੇ ਸਮਾਨ ਕਹਿ ਸਕਦੇ ਹਾਂ। ਇਹਨੂੰ ਗੁਰੂ ਸਾਹਿਬ ਦਾ ਸੁਜਸ ਨਹੀਂ ਚੰਗਾ ਲੱਗਦਾ। ਜਦੋਂ ਮਹਾਰਾਜ ਜੀ ਦੀ ਕੋਈ ਵਡਿਆਈ ਕਰਦਾ, ਸਤਿਗੁਰਾਂ ਦੀ ਉਪਮਾ ਕਰਦਾ ਹੈ, ਤੇ ਸੁਣ ਕੇ ਤਪਾ ਸੜਦਾ ਹੈ। ਇਹਦੇ ਕੋਲੋਂ ਸਤਿਗੁਰਾਂ ਦਾ ਸੁਜਸ ਜਿਹੜਾ ਹੈ ਉਹ ਸੁਣ ਕੇ ਜਰਿਆ ਨਹੀਂ ਜਾਂਦਾ। ਇਹ ਮਹਾਰਾਜ ਜੀ ਦਾ ਸੁਜਸ ਸੁਣ ਕੇ ਸੜਦਾ ਹੈ। ਮਰਵਾਹਨ ਕੋ ਪ੍ਰੋਧਾ ਜਾਨੋ। ਇਹ ਜਿਹੜਾ ਤਪਾ ਹੈ, ਗੋਇੰਦਵਾਲ ਸਾਹਿਬ ਦੇ ਵਿੱਚ ਕੁਝ ਮਰਵਾਹੇ ਖੱਤਰੀ ਰਹਿੰਦੇ ਸੀ। ਮਰਵਾਇਆ ਖੱਤਰੀਆਂ ਦਾ ਇੱਕ ਗੋਤਰ ਹੈ। ਇਸੇ
ਮਰਵਾਏ ਗੋਤਰ ਦੇ ਵਿੱਚੋਂ ਮਾਤਾ ਮਰਵਾਈ ਜੀ ਹੋਏ ਨੇ, 6ਵੇਂ ਪਾਤਸ਼ਾਹ ਜੀ ਦੇ ਮਹਿਲ ਸਨ। ਤੋ ਸਾਰਾ ਵੰਸ਼ ਜਾਂ ਸਾਰਾ ਵਰਨ ਇੱਕੋ ਜਿਹਾ ਨਹੀਂ ਹੋਇਆ ਕਰਦਾ। ਭਲੇ ਪੁਰਖ, ਚੰਗੇ ਪੁਰਖ ਤੇ ਮਾੜੇ ਸਾਰੇ ਵਰਨਾਂ ਵਿੱਚ, ਸਾਰੇ ਧਰਮਾਂ ਵਿੱਚ ਹੁੰਦੇ ਨੇ, ਇੱਕੋ ਜਿਹੇ ਸਮਾਨ ਨੇ। ਮਰਵਾਏ ਖੱਤਰੀ ਉਹ ਇੱਥੇ ਗੋਇੰਦਵਾਲ ਸਾਹਿਬ 'ਚ ਰਹਿੰਦੇ ਸੀ। ਉਹਨਾਂ ਦਾ ਇਹ ਪ੍ਰੋਹਿਤ ਸੀ, ਪ੍ਰੋਧਾ ਕਹਿੰਦੇ ਨੇ ਪ੍ਰੋਹਿਤ ਨੂੰ। ਉਹਨਾਂ ਦਾ ਇਹ ਪ੍ਰੋਹਿਤ ਸੀ ਤਪਾ। ਮਰਵਾਏ ਖੱਤਰੀ ਜਿਹੜੇ ਸਨ ਉਹ ਇਸ ਤਪੇ ਨੂੰ ਪੂਜਦੇ ਸੀ, ਇਹਨੂੰ ਪ੍ਰੋਹਿਤ ਜਾਣ ਕੇ ਮੰਨਦੇ ਸਨ। ਉਸ ਜੋਗੀ ਕੋ ਮਿੱਤਰ ਸਮਾਨੋ, ਜਿਹੜਾ ਯੋਗੀ ਤਪਾ ਉੱਥੇ ਖਡੂਰ ਸਾਹਿਬ ਮਰਿਆ ਸੀ ਨਾ, ਪਿੱਛੇ ਕਥਾ ਆਈ ਗੁਰੂ ਅੰਗਦ ਸਾਹਿਬ ਜੀ ਦੇ ਇਤਿਹਾਸ ਵਿੱਚ। ਸਮਝ ਲਓ ਵੀ ਇਹ ਜਿਹੜਾ ਤਪਾ ਹੈ ਨਾ, ਇਹ ਵੀ ਉਹਦਾ ਮਿੱਤਰ ਹੀ ਹੈ। ਜਿਹੋ ਜੀ ਉਹਦੀ ਬਿਰਤੀ ਸੀ ਉਹੋ ਜੀ ਬਿਰਤੀ ਇਸ ਤਪੇ ਦੀ ਹੈ। ਉਹਨੂੰ ਖਹਿਰੇ ਜ਼ਿਮੀਦਾਰ ਪੂਜਦੇ ਸੀ, ਇਹਨੂੰ ਮਰਵਾਏ ਖੱਤਰੀ ਪੂਜਦੇ ਨੇ। ਫਰਕ ਇਹਨਾਂ ਵੀ ਇਹ ਜਿਹੜਾ ਤਪਾ ਹੈ ਇੱਥੇ ਗੋਇੰਦਵਾਲ ਸਾਹਿਬ 'ਚ ਰਹਿਣ ਵਾਲਾ, ਇਹ ਵੀ ਉਸੇ ਤਪੇ ਦਾ ਮਿੱਤਰ ਹੈ ਜਿਹੜਾ ਤਪਾ ਖਡੂਰ ਸਾਹਿਬ ਦੇ ਵਿੱਚ ਰਹਿੰਦਾ ਸੀ। ਜਾਂ ਕੋ ਸ਼੍ਰੀ ਗੁਰ ਅਮਰ ਪ੍ਰਕਾਸ਼ ਮਦ ਖੰਡੂਰ ਦੰਡ ਦੇਉ ਰਾਤ। ਇਸ ਤਪੇ ਨੂੰ ਸ੍ਰੀ ਖਡੂਰ ਸਾਹਿਬ ਵਿਖੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਦੰਡ ਦਿੱਤਾ ਸੀ। ਜਦੋਂ ਮੀਂਹ ਨਹੀਂ ਸੀ ਪੈਂਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਵੀ ਜਿੱਥੇ ਜਿੱਥੇ ਤਪਾ ਜਾਏਗਾ ਮੀਂਹ ਪਵੇਗਾ। ਤੇ ਜ਼ਿਮੀਂਦਾਰਾਂ ਨੇ ਇਹਨੂੰ ਘਸੀਟ ਕੇ ਹੀ ਮਾਰ ਦਿੱਤਾ ਸੀ, ਇਹਦੀਆਂ ਬੋਟੀਆਂ ਤੱਕ ਨਹੀਂ ਸੀ ਛੱਡੀਆਂ ਮਾਸ ਦੀਆਂ। ਉਹ ਤਪੇ ਨੂੰ ਜਿਹੜਾ ਦੰਡ ਮਿਲਿਆ ਸੀ ਨਾ, ਜਿਹਨੂੰ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਖਡੂਰ ਸਾਹਿਬ 'ਚ ਦੰਡ ਦਿੱਤਾ ਸੀ, ਕਹਿੰਦੇ ਇਹ ਜਿਹੜਾ ਤਪਾ ਹੈ ਉਹਦੇ ਵਰਗੀ ਬਿਰਤੀ ਹੈ ਇਹਦੀ ਵੀ। ਸਮਝ ਲਓ ਵੀ ਉਹਦਾ ਹੀ ਦੂਸਰਾ ਰੂਪ ਹੈ, ਉਸੇ ਦਾ ਹੀ ਸਮਝ ਲਓ ਦੂਜਾ ਰੂਪ ਦੇ ਦੂਜਾ ਜਨਮ ਹੈ, ਉਹਦੇ ਨਾਲ ਦੀ ਇਹਦੀ ਬਿਰਤੀ ਹੈ। ਬਿਲਕੁਲ ਉਹੋ ਜਿਹੇ ਇਹਦੇ ਖਿਆਲਾਤ ਨੇ, ਉਸੇ ਤਪੇ ਦੇ ਨਾਲ ਇਹਦੀ ਸੁਰਤੀ ਮਿਲਦੀ ਹੈ। ਤਾਂ ਕੀ ਕਥਾ ਪ੍ਰਸਿੱਧ ਸੋ ਪਾਛੇ ਵਰਣਨ ਭਈ ਪ੍ਰਕਾਸ਼ ਤੋਂ ਆਛੇ। ਖਡੂਰ ਸਾਹਿਬ ਵਾਲੇ ਤਪੇ ਦੀ ਜਿਹੜੀ ਕਥਾ ਹੈ ਉਹ ਪਹਿਲਾਂ ਪ੍ਰਗਟ ਹੈ ਹੀ ਆ। ਕਹਿੰਦੇ ਭਾਈ ਸੰਤੋਖ ਸਿੰਘ ਜੀ ਵੀ ਉਹ ਮੈਂ ਪਿੱਛੇ ਵਰਣਨ ਵੀ ਕਰਕੇ ਆ ਚੁੱਕਾ ਹਾਂ। ਖਡੂਰ ਸਾਹਿਬ ਵਾਲੇ ਤਪੇ ਦੀ ਕੀ ਹਾਲਤ ਸੀ, ਉਹਦੀ ਦਸ਼ਾ ਕਿਸ ਤਰ੍ਹਾਂ ਦੀ ਹੋਈ, ਉਹ ਕਿਵੇਂ ਮਰਿਆ, ਕਿਵੇਂ ਖਹਿਰੇ ਜ਼ਿਮੀਂਦਾਰਾਂ ਨੇ ਉਹਨੂੰ ਖਿੱਚ ਕੇ ਮਾਰਿਆ ਜਿਹੜੇ ਉਹਨੂੰ ਪੂਜਦੇ ਸਨ। ਕਹਿੰਦੇ ਉਹ ਸਾਰੀ ਕਥਾ ਮੈਂ ਪਿੱਛੇ ਵਰਣਨ ਕਰਕੇ ਦੱਸ ਚੁੱਕਾ ਹਾਂ। ਉਹ ਸਾਰਾ ਪ੍ਰਸੰਗ ਭਲੀ ਪ੍ਰਕਾਰ ਨਾਲ ਪ੍ਰਗਟ ਹੈ। ਆਪ ਸਾਰੇ ਸਰੋਤਾ ਜਨ ਉਸ ਸਾਰੇ ਇਤਿਹਾਸ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਦੀਨ ਦਿਆਲ ਗੁਰ ਅੰਗਦ ਕੇਰੀ ਕਰੀ ਅਵਗਿਆ ਦੁਸ਼ਟ ਕਨੇਰੀ। ਜਿਹੜਾ ਉਹ ਖਡੂਰ ਸਾਹਿਬ ਵਾਲਾ ਤਪਾ ਸੀ, ਉਹਨੇ ਦੀਨਾਂ ਤੇ ਦਇਆ ਕਰਨ ਵਾਲੇ ਦੀਨ ਦਿਆਲ ਸਤਿਗੁਰੂ ਗੁਰੂ ਅੰਗਦ ਸਾਹਿਬ ਦੀ ਬੇਅਦਬੀ ਕੀਤੀ ਸੀ। ਉਹਨੇ ਖਹਿਰੇ ਜ਼ਿਮੀਂਦਾਰਾਂ ਨੂੰ ਆਖਿਆ ਵੀ ਤੁਹਾਡੇ ਨਗਰ ਵਿੱਚ ਖੇਤਾਂ 'ਚ ਮੀਂਹ ਤਾਂ ਨਹੀਂ ਪੈਂਦਾ ਕਿਉਂਕਿ ਤੁਹਾਡੇ ਨਗਰ ਵਿੱਚ ਗੁਰੂ ਅੰਗਦ ਸਾਹਿਬ ਰਹਿੰਦੇ ਨੇ। ਉਹ ਗ੍ਰਸਤੀ ਨੇ, ਲੋਕ ਉਹਨਾਂ ਨੂੰ ਮੱਥਾ ਟੇਕਦੇ ਨੇ। ਇਹ ਬੜਾ ਵੱਡਾ ਅਪਰਾਧ ਹੈ ਕਿ ਨਾਲੇ ਉਹ ਗ੍ਰਸਤੀ ਤੇ ਨਾਲੇ ਗੁਰੂ, ਲੋਕ ਉਹਨਾਂ ਨੂੰ ਮੱਥਾ ਟੇਕਦੇ ਨੇ। ਇਸ ਕਰਕੇ ਪਾਪ ਹੋ ਰਿਹਾ ਤੁਹਾਡੇ ਨਗਰ 'ਚ, ਤਾਂ ਨਹੀਂ ਮੀਂਹ ਪੈਂਦਾ। ਉਹਨਾਂ ਨੂੰ ਨਗਰ 'ਚੋਂ ਬਾਹਰ ਕੱਢੋ ਤਾਂ ਤੁਹਾਡੇ ਮੀਂਹ ਪਵੇਗਾ। ਏਦਾਂ ਉਸ ਤਪੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੜੀ ਵੱਡੀ ਅਵਗਿਆ ਕੀਤੀ ਸੀ। ਉਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਇਹੋ ਜਿਹਾ ਦੁਸ਼ਟ ਬਿਰਤੀ ਵਾਲਾ ਵਿਵਹਾਰ ਕੀਤਾ ਸੀ, ਜਿਹਦਾ ਫਲ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਦਿੱਤਾ ਸੀ। ਸੋ ਗੁਰ ਅਮਰ ਸਹਾਰ ਨਾ ਸਕੇ ਪੁਨ ਏ ਤਪਾ ਨਿੰਦ ਗੁਰ ਬਕੇ। ਗੁਰੂ ਅਮਰਦਾਸ ਸਾਹਿਬ ਜੀ ਨੇ ਜਦੋਂ ਜਾ ਕੇ ਵੇਖਿਆ ਵੀ ਸਤਿਗੁਰਾਂ ਦੀ ਬੇਅਦਬੀ ਇਸ ਤਪੇ ਨੇ ਕਰਵਾਈ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਸਤਿਗੁਰਾਂ ਦੀ ਉਹ ਬੇਅਦਬੀ ਸਹਾਰੀ ਨਹੀਂ ਗਈ ਗੁਰੂ ਅਮਰਦਾਸ ਸਾਹਿਬ ਕੋਲੋਂ। ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਉਸ ਤਪੇ ਨੂੰ ਦੰਡ ਦਿੱਤਾ, ਉਹਨੂੰ ਸਜ਼ਾ ਦਿੱਤੀ। ਬਿਲਕੁਲ ਇਹ ਜਿਹੜਾ ਤਪਾ ਹੈ ਨਾ ਗੋਇੰਦਵਾਲ ਸਾਹਿਬ, ਇਹ ਵੀ ਉਹੋ ਜਿਹਾ ਹੀ ਹੈ। ਕਹਿੰਦੇ ਸਮਝ ਲਓ ਵੀ ਉਸੇ ਦਾ ਹੀ ਭਰਾ ਆ, ਉਸੇ ਦਾ ਹੀ ਦੂਸਰਾ ਰੂਪ ਹੈ। ਉਹ ਵੀ ਗੁਰੂ ਸਾਹਿਬ ਦੀ ਨਿੰਦਾ ਕਰਦਾ ਸੀ। ਤੇ ਆ ਜਿਹੜਾ ਗੋਇੰਦਵਾਲ ਸਾਹਿਬ ਚ ਤਪਾ ਰਹਿੰਦਾ ਹੈ, ਇਹ ਵੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਨਿੰਦਾ ਕਰਦਾ ਹੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਸੁਜਸ ਸੁਣ ਕੇ ਇਹਦੇ ਕੋਲੋਂ ਜਰਿਆ ਨਹੀਂ ਜਾਂਦਾ। ਮਹਾਰਾਜ ਜੀ ਦੀ ਮਹਿਮਾ ਵੇਖ ਕੇ ਇਹਦੇ ਕੋਲੋਂ ਜਰੀ ਨਹੀਂ ਜਾਂਦੀ, ਸਗੋਂ ਸੜਬੜ ਜਾਂਦਾ ਹੈ।
ਤੇ ਇਹ ਵੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਨਿੰਦਾ ਕਰਦਾ ਹੈ। ਸ਼੍ਰੀ ਸਤਿਗੁਰ ਨਾਮ ਰਸ ਮਾਤੇ ਰਚਿਓ ਸਤਿਗੁਰ ਗੁਰ ਇਸ ਰੀਤ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਤਾਂ ਨਾਮ ਦੇ ਰਸ ਦੇ ਵਿੱਚ ਮੱਤੇ ਰਹਿੰਦੇ ਹਨ, ਨਾਮ ਦੇ ਰਸ ਦੇ ਵਿੱਚ ਰੰਗੇ ਰਹਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਭਾਅ ਹੀ ਐਸਾ ਹੈ, ਨਾਮ ਰਸ ਵਿੱਚ ਰੰਗੇ ਰਹਿਣਾ। ਅਜਰ ਜਰੈ ਰਹਿ ਸੁਖ ਦਾਤੇ। ਔਰ ਗੁਰੂ ਅਮਰਦਾਸ ਸਾਹਿਬ ਜੀ ਦਾ ਸੁਭਾਅ ਹੈ ਅਜਰ ਨੂੰ ਜਰਨਾ, ਨਾਮ ਦੇ ਰਸ ਵਿੱਚ ਮਾਤੇ ਰਹਿੰਦੇ। ਮਹਾਰਾਜ ਜੀ ਨੂੰ ਪਤਾ ਵੀ ਇਹ ਤਪਾ ਸਾਡੀ ਨਿੰਦਾ ਵੀ ਕਰਦਾ ਹੈ, ਸਾਡੇ ਨਗਰ ਵਿੱਚ ਰਹਿੰਦਾ ਗੋਇੰਦਵਾਲ ਸਾਹਿਬ 'ਚ, ਪਰ ਮਹਾਰਾਜ ਜੀ ਨਾਮ ਰਸ 'ਚ ਮਸਤ ਰਹਿੰਦੇ ਨੇ। ਔਰ ਜਿੱਥੇ ਨਾਮ ਰਸ ਵਿੱਚ ਮਸਤ ਰਹਿੰਦੇ ਨੇ ਉੱਥੇ ਸਤਿਗੁਰੂ ਜੀ ਅਜਰ ਨੂੰ ਵੀ ਜਰਦੇ ਨੇ। ਅਜਰ ਨੂੰ ਜਰਨਾ ਇਹ ਬੜੀ ਵੱਡੀ ਔਖਦ ਘਾਟੀ ਹੈ। ਕਿਸੇ 'ਚ ਇਹ ਸ਼ਕਤੀ ਕਿ ਆਪਣੀ ਨਿੰਦਾ ਸੁਣ ਕੇ ਵੀ ਜਰ ਲੈਣਾ, ਇਹ ਅਜਰ ਜਰਨਾ ਹੈ। ਸਾਡੀ ਕੋਈ ਨਿੰਦਾ ਕਰਦਾ ਹੋਵੇ ਸਾਡੇ ਕੋਲੋਂ ਸੁਣ ਕੇ ਨਹੀਂ ਚੱਲਿਆ ਜਾਂਦਾ, ਅਸੀਂ ਨਹੀਂ ਜਰ ਸਕਦੇ, ਸਗੋਂ ਉਹਦੇ ਨਾਲ ਲੜਦੇ ਹਾਂ, ਝਗੜਦੇ ਹਾਂ ਵੀ ਤੂੰ ਕੌਣ ਹੁੰਦਾ ਮੇਰੇ ਪਿੱਛੋਂ ਮੇਰੀ ਨਿੰਦਾ ਕਰਨ ਵਾਲਾ। ਪਰ ਇਹ ਅਵਸਥਾ ਬੜੀ ਉੱਚੀ ਹੈ। ਕਬੀਰ ਜੀ ਜੈਸੇ ਮਹਾਂਪੁਰਖਾਂ ਦੀ ਕੋਈ ਨਿੰਦਾ ਕਰਦਾ ਤਾਂ ਉਹ ਸਗੋਂ ਖੁਸ਼ ਹੁੰਦੇ ਤੇ ਕਹਿੰਦੇ ਭਾਈ ਹਾਂ ਕਰੋ, ਚੰਗਾ ਕਰ ਰਹੇ ਹੋ, ਮੇਰੀ ਨਿੰਦਾ ਕਰੋਗੇ ਮੇਰੇ ਕੱਪੜੇ ਧੋਤੇ ਜਾਣਗੇ, ਮੇਰੀ ਮੈਲ ਧੋਤੀ ਜਾਏਗੀ। ਤੇ ਇਹੋ ਜੀ ਅਵਸਥਾ ਜਿਹੜੀ ਹੁੰਦੀ ਹੈ ਅਜਰ ਨੂੰ ਜਰਨ ਵਾਲੀ ਹੁੰਦੀ। ਇਹ ਤਪਾ ਗੁਰੂ ਸਾਹਿਬ ਦੀ ਨਿੰਦਾ ਕਰਦਾ ਹੈ, ਪਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਅਵਸਥਾ ਐਸੀ ਵੀ ਅਜਰ ਨੂੰ ਜਰਨ ਵਾਲੇ ਨੇ। ਸਤਿਗੁਰੂ ਵਿੱਚ ਕਿੰਨੀ ਕਲਾ ਹੈ, ਗੁਰੂ ਸਾਹਿਬ ਜੀ ਕਿੱਡੇ ਵੱਡੇ ਸਮਰੱਥ ਨੇ, ਪਰ ਕਦੇ ਆਪਣੀ ਕਲਾ ਪ੍ਰਗਟ ਨਹੀਂ ਕਰਦੇ ਵੀ ਅਜਰ ਨੂੰ ਜਰਨ ਵਾਲੀ ਅਵਸਥਾ ਹੈ। ਅਜਰ ਜਰਨ ਦੇ ਵਿੱਚ ਸਤਿਗੁਰੂ ਜੀ ਪਰਪੱਕ ਨੇ ਔਰ ਸੁਖ ਦੇਣ ਵਾਲੇ ਸੁਖ ਦਾਤੇ ਹਨ। ਕਛਕ ਕਾਲੇਮ ਭਇਓ ਬਤੀਤ ਜਠ ਆਰੰਭੀ ਗੁਰ ਕਰਤਾਰ। ਕਹਿੰਦੇ ਕੁਝ ਸਮਾਂ ਇਸੇ ਤਰ੍ਹਾਂ ਬਤੀਤ ਹੋਇਆ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਨੇ ਕੁਛ ਕਾਲ ਇਮ ਭਇਓ ਬਤੀਤ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਕੁਝ ਕੁ ਸਮਾਂ ਇਸ ਤਰ੍ਹਾਂ ਬਤੀਤ ਕੀਤਾ ਹੈ। ਖੇਲ ਰਚਿਓ ਸਤਿਗੁਰ ਇਸ ਰੀਤ। ਸਤਿਗੁਰੂ ਜੀ ਨੇ ਖੇਡ ਵਰਤਾਈ। ਗੁਰੂ ਅਮਰਦਾਸ ਸਾਹਿਬ ਦੀਆਂ ਹੀ ਨੇ ਖੇਡਾਂ ਸਾਰੀਆਂ, ਸਾਰਾ ਸੰਸਾਰ ਗੁਰੂ ਸਾਹਿਬ ਦੀ ਆਪਣੀ ਖੇਡ ਹੈ, ਉਹਨਾਂ ਦੀ ਰਚੀ ਹੋਈ ਕਲਾ ਹੈ, ਖੇਡ ਹੈ। ਤੇ ਸਤਿਗੁਰੂ ਜੀ ਨੇ ਇੱਕ ਖੇਡ ਰਚੀ। ਹੁਣ ਉਹ ਤਪੇ ਦਾ ਹੁਣ ਹਰ ਇੱਕ ਚੀਜ਼ ਦਾ ਅੰਤ ਤਾਂ ਹੁੰਦਾ ਹੀ ਹੈ ਨਾ। ਅੱਤ ਤਾਂ ਔਰੰਗਜ਼ੇਬ ਨੇ ਵੀ ਬੜੀ ਚੁੱਕੀ, ਪਰ ਅੰਤ ਤਾਂ ਹੋਇਆ ਨਾ ਉਹਦਾ ਵੀ। ਹੁਣ ਇਹ ਤਪਾ ਗੁਰੂ ਸਾਹਿਬ ਦੀ ਨਿੰਦਾ ਕਰਦਾ, ਪਰ ਇਹਦਾ ਅੰਤ ਤਾਂ ਇੱਕ ਨਾ ਇੱਕ ਦਿਨ ਹੋਣਾ ਹੀ ਸੀ। ਗੁਰੂ ਘਰ ਦੇ ਨਾਲ ਵੈਰ ਰਚਾਉਂਦਾ, ਇਹਦੀ ਬੇਅਦਬੀ ਹੋਣੀ ਸੀ, ਇਹਦਾ ਆਪਣਾ ਨਿਰਾਦਰ ਹੋਣਾ ਸੀ, ਤਿਰਸਕਾਰ ਹੋਣਾ ਸੀ। ਕਹਿੰਦੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਕ ਖੇਡ ਵਰਤਾਈ। ਇਸ ਪ੍ਰਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਖੇਡ ਰਚੀ ਹੈ। ਸ਼੍ਰੀ ਬਾਵਲੀ ਭਈ ਤਿਆਰ ਜਠ ਆਰੰਭੀ ਗੁਰ ਕਰਤਾਰ। ਜਦੋਂ ਗੋਇੰਦਵਾਲ ਸਾਹਿਬ ਵਿਖੇ ਸਤਿਗੁਰਾਂ ਦੀ ਬੌਲੀ ਰਚ ਕੇ ਤਿਆਰ ਹੋ ਗਈ, ਮਹਾਰਾਜ ਜੀ ਦੀ ਬੌਲੀ ਸਾਹਿਬ ਦੀ ਸੇਵਾ ਸੰਪੂਰਨ ਹੋ ਗਈ, ਬੌਲੀ ਦੀ ਆਰੰਭਤਾ ਹੋ ਗਈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਬੌਲੀ ਸਾਹਿਬ ਦੀ ਚੱਠ ਆਰੰਭੀ। ਜਿਵੇਂ ਕਦੇ ਕੋਈ ਨਵਾਂ ਮਕਾਨ ਬਣਾਉਂਦਾ ਹੈ ਤੇ ਨਵੇਂ ਮਕਾਨ ਦੇ ਵਿੱਚ ਜਦੋਂ ਪ੍ਰਵੇਸ਼ ਕਰਦੇ ਨੇ ਤੇ ਫਿਰ ਉਹਨੂੰ ਚੱਠ ਕਹਿੰਦੇ ਨੇ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਬੌਲੀ ਸਾਹਿਬ ਦੀ ਜਦੋਂ ਰਚਨਾ ਕੀਤੀ ਤੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਬੌਲੀ ਸਾਹਿਬ ਦੀ ਚੱਠ ਕੀਤੀ। ਇਤਿਹਾਸਕਾਰ ਲਿਖਦੇ ਨੇ ਵੀ ਇਹ ਚੱਠ ਵਿਸਾਖੀ ਦੇ ਦਿਨ ਹੋਈ ਹੈ। ਵਿਸਾਖੀ ਵਾਲੇ ਦਿਨ ਸਤਿਗੁਰੂ ਜੀ ਨੇ ਬੌਲੀ ਸਾਹਿਬ ਦੀ ਚੱਠ ਕੀਤੀ ਸੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਗੁਰੂ ਕਰਤਾਰ ਸਾਹਿਬ ਜੀ ਨੇ ਸ੍ਰੀ ਬੌਲੀ ਸਾਹਿਬ ਜੀ ਦੀ ਚੱਠ ਕੀਤੀ ਜਦੋਂ ਬੌਲੀ ਸਾਹਿਬ ਬਣ ਕੇ ਤਿਆਰ ਹੋਈ। ਵਿਪਰ ਆਦ ਜੋ ਥੇ ਅਧਿਕਾਰੇ ਸੰਤ ਮਹੰਤ ਜਤੀ ਘਰ ਬਾਰੇ। ਸਤਿਗੁਰੂ ਜੀ ਨੇ ਆਖਿਆ ਵੀ ਚੱਠ ਕਰਨੀ ਹੈ ਬੌਲੀ ਸਾਹਿਬ ਦੀ ਤੇ ਬ੍ਰਹਮ ਭੋਜ ਕਰੀਏ। ਬ੍ਰਹਮ ਭੋਜ ਯਾਨੀ ਕਿ ਵੱਡਾ ਲੰਗਰ ਤਿਆਰ ਕਰਕੇ ਅਭਿਆਗਤਾਂ ਨੂੰ ਛਕਾਈਏ।
ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬ੍ਰਾਹਮਣਾਂ ਨੂੰ, ਜਿਹੜੇ ਅਧਿਕਾਰੀ ਸਨ, ਉਹਨਾਂ ਨੂੰ, ਮਹਾਂਪੁਰਖਾਂ ਨੂੰ, ਸੰਤਾਂ ਨੂੰ, ਮਹੰਤਾਂ ਨੂੰ, ਜਤੀਆਂ ਨੂੰ, ਘਰ ਬਾਹਰੀ ਦਾ ਮਤਲਬ ਜਿਹੜੇ ਗ੍ਰਸਤੀ ਸੀ ਉਹ ਵੀ, ਕਿਉਂਕਿ ਸਤਿਗੁਰਾਂ ਨੇ ਤਾਂ ਸਾਰਿਆਂ ਨੂੰ ਇੱਕ ਸਮ ਦ੍ਰਿਸ਼ਟੀ ਨਾਲ ਵੇਖਿਆ, ਭਾਵੇਂ ਕੋਈ ਜਤੀ ਹੈ ਤੇ ਭਾਵੇਂ ਕੋਈ ਗ੍ਰਸਤੀ ਹੈ, ਦੋਵੇਂ ਸਤਿਗੁਰਾਂ ਦੇ ਦ੍ਰਿਸ਼ਟੀ 'ਚ ਇੱਕ ਬਰਾਬਰ ਨੇ। ਵੱਡੇ ਵੱਡੇ ਸੰਤ, ਮਹੰਤ, ਡੇਰੇਦਾਰ ਜਿੰਨੇ ਵੀ ਸਨ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਜਤੀਆਂ ਨੂੰ, ਸਤੀਆਂ ਨੂੰ, ਗ੍ਰਸਤੀਆਂ ਨੂੰ, ਘਰ ਬਾਰੀਆਂ ਨੂੰ, ਸਭ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿਨੈ ਨਿਮੰਤਿਓ ਭੋਜਨ ਹੇਤ, ਮਹਾਰਾਜ ਜੀ ਨੇ ਉਹਨਾਂ ਸਾਰਿਆਂ ਨੂੰ ਲੰਗਰ ਛਕਣ ਵਾਸਤੇ ਨਿਮੰਤਰਣ ਦਿੱਤਾ ਹੈ ਵੀ ਅਸੀਂ ਬ੍ਰਹਮ ਭੋਜ ਕੀਤਾ ਤੇ ਸਾਰੇ ਜਣੇ ਆ ਕੇ ਸਾਡੇ ਇਸ ਬ੍ਰਹਮ ਭੋਜ 'ਚ ਲੰਗਰ ਛਕੋ, ਅਸੀਂ ਬੌਲੀ ਸਾਹਿਬ ਦੀ ਚੱਠ ਕਰਨੀ। ਤੋ ਸਤਿਗੁਰੂ ਜੀ ਨੇ ਬ੍ਰਹਮ ਭੋਜ ਕੀਤਾ, ਲੰਗਰ ਪ੍ਰਸ਼ਾਦੇ ਭਾਂਤ ਭਾਂਤ ਦੇ ਤਿਆਰ ਹੋਏ ਤੇ ਛਕਣ ਵਾਸਤੇ ਸਤਿਗੁਰਾਂ ਨੇ ਜਤੀਆਂ, ਸਤੀਆਂ, ਸੰਤਾਂ, ਮਹੰਤਾਂ, ਬ੍ਰਾਹਮਣਾਂ ਨੂੰ, ਹੋਰ ਜਿਹੜੇ ਵਰਨਾਂ ਦੇ ਲੋਕ ਸੀ, ਉਹਨਾਂ ਸਾਰਿਆਂ ਨੂੰ ਸੱਦੇ ਭੇਜੇ, ਨਿਮੰਤਰਣ ਦਿੱਤੇ ਨੇ ਪ੍ਰਸ਼ਾਦਾ ਛਕਣ ਲਈ। ਸਭ ਨੇ ਮਾਨਿਓ ਸਹਿਤ ਸੁਹੇਤ, ਸਤਿਗੁਰੂ ਜੀ ਦਾ ਨਿਮੰਤਰਣ ਸੱਦਾ ਸਾਰਿਆਂ ਨੇ ਕਬੂਲ ਕੀਤਾ। ਜਿੱਥੇ ਜਿੱਥੇ ਵੀ ਮਹਾਰਾਜ ਜੀ ਦਾ ਸੱਦਾ ਗਿਆ, ਜਿਹੜੇ ਘਰ ਵਿੱਚ ਵੀ ਸਤਿਗੁਰਾਂ ਦਾ ਨਿਮੰਤਰਣ ਗਿਆ, ਉਹਨਾਂ ਨੇ ਬੜੇ ਪਿਆਰ ਨਾਲ ਆਖਿਆ ਜੀ ਅਸੀਂ ਜ਼ਰੂਰ ਆਵਾਂਗੇ। ਗੁਰੂ ਸਾਹਿਬ ਜੀ ਨੇ ਸਾਨੂੰ ਸੱਦਾ ਦਿੱਤਾ ਹੈ, ਅਸੀਂ ਸਤਿਗੁਰਾਂ ਦੇ ਸੱਦੇ ਤੇ ਜ਼ਰੂਰ ਆਵਾਂਗੇ। ਸਭ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਨਿਮੰਤਰਣ ਹੈ ਉਹ ਸਭ ਨੇ ਕਬੂਲ ਕੀਤਾ, ਸਭ ਨੇ ਪ੍ਰਵਾਨ ਕੀਤਾ ਹੈ। ਤਪੇ ਨਿਮੰਤਨ ਮਾਨਿਓ ਨਾਹੇ, ਤਪਾ ਸੀ ਨਾ ਈਰਖਾਲੂ, ਗੁਰੂ ਸਾਹਿਬ ਨਾਲ ਈਰਖਾ ਕਰਦਾ, ਉਹਨੇ ਨਹੀਂ ਸੱਦਾ ਮੰਨਿਆ। ਕਹਿੰਦਾ ਜੀ ਮੈਂ ਤਾਂ ਨਹੀਂ ਆਉਂਦਾ ਉੱਥੇ, ਮੈਂ ਉਹਨਾਂ ਤੋਂ ਵੱਡਾ, ਉਹਨਾਂ ਤੋਂ ਉੱਚਾ, ਮੈਂ ਕਿਉਂ ਉਹਨਾਂ ਦੇ ਘਰ ਜਾਵਾਂ। ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਨਿਮੰਤਰਣ ਨਹੀਂ ਮੰਨਿਆ। ਜਿਹੜਾ ਤਪਾ ਸੀ ਨਾ, ਉਹ ਈਰਖਾ ਰੱਖਦਾ ਸੀ, ਗੁਰੂ ਸਾਹਿਬ ਨਾਲ ਦਵੈਸ਼ ਰੱਖਦਾ ਸੀ। ਜਿਵੇਂ ਭਾਈ ਸਾਹਿਬ ਪਹਿਲਾਂ ਦਾਸੀ ਆਏ ਨੇ ਵੀ, ਇਹ ਵੀ ਉਹਦੇ ਉਸੇ ਤਪੇ ਦਾ ਹੀ ਭਰਾ ਸੀ, ਜਿਹੜਾ ਖਡੂਰ ਸਾਹਿਬ 'ਚ ਰਹਿੰਦਾ ਸੀ। ਉਹਦੇ ਵਰਗੀ ਇਹਦੀ ਬਿਰਤੀ ਸੀ, ਗੁਰੂ ਘਰ ਦੀ ਇਹ ਨਿੰਦਾ ਕਰਦਾ ਸੀ। ਜਦੋਂ ਸਿੱਖ ਇਹਦੇ ਘਰ ਸੱਦਾ ਲੈ ਕੇ ਪਹੁੰਚੇ, ਭਾਈ ਗੁਰੂ ਸਾਹਿਬ ਜੀ ਬੌਲੀ ਸਾਹਿਬ ਦੀ ਚੱਠ ਕਰ ਰਹੇ ਨੇ ਤੇ ਪ੍ਰਸ਼ਾਦਾ ਉਹਨਾਂ ਨੇ ਛਕਾਣਾ ਤੇ ਤੁਸੀਂ ਵੀ ਆ ਕੇ ਪ੍ਰਸ਼ਾਦਾ ਛਕਣਾ। ਇਹਨੇ ਅੱਗੋਂ ਸਤਿਗੁਰਾਂ ਦਾ ਸੱਦਾ ਨਹੀਂ ਮੰਨਿਆ, ਮਹਾਰਾਜ ਜੀ ਦਾ ਨਿਮੰਤਰਣ ਨਾ ਮੰਨਿਆ ਤੇ ਸਗੋਂ ਅੱਗੋਂ ਜਵਾਬ ਦੇ ਦਿੱਤਾ, ਤਪਤ ਰਹਿਓ ਮਤ ਸੜ ਕੇ ਮਾਹੇ। ਬੜੀ ਵੱਡੀ ਈਰਖਾ ਦੀ ਅੱਗ ਦੇ ਵਿੱਚ ਤਪਾ ਸੜਦਾ ਰਿਹਾ। ਇਹਦੇ ਅੰਦਰ ਈਰਖਾ ਸੀ, ਦਵੈਸ਼ ਸੀ, ਮੈਂ ਕਿਉਂ ਜਾਵਾਂ। ਮਹਾਰਾਜ ਜੀ ਦੀ ਵਡਿਆਈ ਇਹਨੂੰ ਚੰਗੀ ਨਹੀਂ ਸੀ ਲੱਗਦੀ, ਸਤਿਗੁਰਾਂ ਦੀ ਵਡਿਆਈ ਇਹਨੂੰ ਭਾਉਂਦੀ ਨਹੀਂ ਸੀ। ਇਸ ਕਰਕੇ ਈਰਖਾ ਦੀ ਅੱਗ ਦੇ ਵਿੱਚ ਸੜਦਾ ਰਿਹਾ। ਦੋਏ ਤ੍ਰੈ ਬਾਰ ਸੋ ਮਾਨੁਕ ਫਿਰੇ, ਦੁਸ਼ਟ ਨ ਮਾਨੀ ਮਾਇਆ ਘਿਰੇ। ਇੱਕ ਵਾਰ ਇਹਨੇ ਸੱਦਾ ਮੋੜਿਆ, ਸਤਿਗੁਰਾਂ ਨੇ ਦੁਬਾਰਾ ਆਖਿਆ ਭਾਈ ਕੋਈ ਨਹੀਂ, ਦੁਬਾਰਾ ਉਹਨੂੰ ਕਹਿ ਆਓ। ਦੂਸਰੀ ਵਾਰ ਗਏ, ਦੁਬਾਰਾ ਫਿਰ ਉਹਨੇ ਨਾ ਕਰ ਦਿੱਤੀ, ਕਹਿੰਦਾ ਤੁਹਾਨੂੰ ਜਵਾਬ ਦੇ ਦਿੱਤਾ ਵੀ ਮੈਂ ਨਹੀਂ ਆਉਂਦਾ। ਤੀਜੀ ਵਾਰ ਫਿਰ ਗਏ ਸਿੱਖ, ਭਾਈ ਗੁਰੂ ਘਰ ਨਾਲ ਤੇਰਾ ਕਾਹਦਾ ਵੈਰ ਹੈ, ਗੁਰੂ ਸਾਹਿਬ ਨੇ ਤਾਂ ਕਦੇ ਤੈਨੂੰ ਮਾੜਾ ਨਹੀਂ ਆਖਿਆ ਤੇ ਤੂੰ ਵੀ ਸੱਦਾ ਕਬੂਲ ਕਰ ਤੇ ਗੁਰੂ ਘਰ ਹੀ ਲੰਗਰ ਛਕਣਾ। ਸਾਰੇ ਮਹਾਂਪੁਰਖ ਮਹਾਤਮਾ ਸੰਤ ਲੋਕ ਜਿਹੜੇ ਨੇ ਉਹ ਆ ਰਹੇ ਨੇ ਤੇ ਤੁਸੀਂ ਵੀ ਆਓ, ਤੁਸੀਂ ਵੀ ਉੱਥੇ ਛਕੋ ਪ੍ਰਸ਼ਾਦਾ। ਤੀਜੀ ਵਾਰ ਵੀ ਇਹਨੇ ਮੋੜ ਦਿੱਤਾ। 2-3 ਵਾਰੀ ਸੇਵਕ ਸਿੱਖ ਆਏ, ਪਰ ਇਹਨੇ 2-3 ਵਾਰੀ ਸੇਵਕਾਂ ਨੂੰ ਵਾਪਸ ਮੋੜ ਦਿੱਤਾ। ਇਸ ਦੁਸ਼ਟ ਨੇ ਗੁਰੂ ਘਰ ਦਾ ਸੱਦਾ ਕਬੂਲ ਨਹੀਂ ਕੀਤਾ। ਗੁਰੂ ਘਰ ਦਾ ਨਿਉਂਦਾ ਜਿਹੜਾ ਸੀ ਨਿਮੰਤਰਣ, ਉਹ ਇਹਨੇ ਪ੍ਰਵਾਨ ਨਹੀਂ ਕੀਤਾ ਤੇ ਮਾਇਆ ਦੇ ਰੰਗ ਦੇ ਵਿੱਚ ਘਿਰਿਆ ਹੋਇਆ ਪਾਪੀ। ਸ਼੍ਰੀ ਸਤਿਗੁਰ ਧਰਮ ਕੇ ਪਾਲਕ, ਦੰਭ ਮੋਹ ਮਦ ਮਤਸਰ ਘਾਲਕ। ਹੁਣ ਖਾਲਸਾ ਜੀ, ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤਾਂ ਧਰਮ ਦੇ ਪਾਲਕ ਨੇ। ਜਿੱਥੇ ਧਰਮ ਹੈ, ਧਰਮ ਨੂੰ ਸਤਿਗੁਰੂ ਜੀ ਪਾਲਦੇ ਨੇ ਤੇ ਸਤਿਗੁਰੂ ਜੀ ਦੰਭ ਨੂੰ, ਪਖੰਡ ਨੂੰ, ਮੋਹ ਨੂੰ, ਹੰਕਾਰ ਨੂੰ, ਈਰਖਾ ਨੂੰ ਤਾਂ ਸਤਿਗੁਰੂ ਜੀ ਖਤਮ ਕਰਦੇ ਨੇ। ਜਿੱਥੇ ਪਖੰਡ ਹੈ, ਸਤਿਗੁਰੂ ਜੀ ਪਖੰਡ ਦਾ ਖੰਡਨ ਕਰਦੇ, ਪਖੰਡ ਨੂੰ ਖਤਮ ਕਰਦੇ। ਜਿੱਥੇ ਮੋਹ, ਈਰਖਾ, ਦਵੈਸ਼ ਆ, ਸਤਿਗੁਰੂ ਜੀ ਉਹਨੂੰ ਖਤਮ ਕਰਦੇ। ਮਹਾਰਾਜ ਜੀ ਤਾਂ ਧਰਮ ਦੇ ਪਾਲਕ ਨੇ। ਧਰਮ ਕਿਤੇ ਵੀ ਹੋਵੇ, ਧਰਮ ਸਤਿਗੁਰੂ ਜੀ ਪਾਲਦੇ ਨੇ। ਪਰ ਜੇ ਕੋਈ ਪਖੰਡੀ ਹੈ, ਦੰਭੀ ਹੈ, ਈਰਖਾਲੂ ਹੈ, ਉਸ ਦੰਭੀ ਤੇ ਮੋਹ ਆਦਿਕ ਹੰਕਾਰ ਦੇ ਨਸ਼ੇ ਵਿੱਚ ਮੱਤਿਆਂ ਨੂੰ ਸਤਿਗੁਰੂ ਜੀ ਖੰਡਨ ਵਾਲੇ ਹਨ। ਤਾਂ ਕੇ ਦੰਭ ਖੰਡਨ
ਖੰਡਨੇ ਕਾਰਨ ਹਿਰੀ ਮੁਖ ਤੇ ਇਮ ਕੀਓ ਉਚਾਰਨ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਵੇਖਿਆ ਵੀ ਇਹ ਤਪਾ ਪਖੰਡੀ ਹੈ ਤੇ ਇਹਦਾ ਪਖੰਡ ਸਾਹਮਣੇ ਲੈ ਕੇ ਆਉਣਾ ਚਾਹੀਦਾ, ਸਾਰੇ ਲੋਕਾਂ 'ਚ ਵੀ ਪਤਾ ਲੱਗ ਜੇ ਵੀ ਇਹ ਪਖੰਡੀ। ਜਿੱਥੇ ਜਿੱਥੇ ਵੀ ਪਖੰਡ ਹੋਇਆ, ਗੁਰੂ ਨਾਨਕ ਸਾਹਿਬ ਜੀ ਤਾਂ ਆਪ ਜਾ ਜਾ ਕੇ ਪਖੰਡ ਉਘੇੜਦੇ ਰਹੇ। ਇਹ ਤਾਂ ਸਤਿਗੁਰਾਂ ਦੇ ਨਗਰ ਦੇ ਵਿੱਚ ਰਹਿੰਦਾ ਸੀ ਤਪਾ। ਗੁਰੂ ਸਾਹਿਬ ਨੇ ਵਿਚਾਰ ਕੀਤੀ ਵੀ ਇਹ ਪਖੰਡੀ ਆ, ਵੀ ਅਸੀਂ ਇਹਨੂੰ ਨਿਉਂਦੇ ਭੇਜੇ, ਨਿਮੰਤਰਣ ਭੇਜੇ ਤੇ ਆਉਂਦਾ ਨਹੀਂ ਲੰਗਰ ਛਕਣ। ਹੁਣ ਇਸ ਪਖੰਡੀ ਦਾ ਪਖੰਡ ਪ੍ਰਗਟ ਕਰਕੇ ਵਿਖਾਈਏ ਲੋਕਾਂ ਵਿੱਚ ਵੀ ਇਹ ਪਖੰਡੀ, ਕਿਉਂਕਿ ਮਰਵਾਏ ਖੱਤਰੀ ਨੂੰ ਪੂਜਦੇ ਸੀ ਤੇ ਸਤਿਗੁਰੂ ਜੀ ਚਾਹੁੰਦੇ ਸਨ ਵੀ ਜਿਹੜੇ ਆ ਕੁਰਾਏ ਪਏ ਹੋਏ ਨੇ ਇਸ ਪਖੰਡੀ ਨੂੰ ਪੂਜਦੇ ਨੇ, ਉਹਨਾਂ ਦੀਆਂ ਵੀ ਅੱਖਾਂ ਖੁੱਲ ਜਾਣ ਵੀ ਅਸੀਂ ਕਿਸ ਪਾਸੇ ਟੁਰੇ ਹੋਏ ਹਾਂ, ਵੀ ਅਸੀਂ ਬੁਰੇ ਰਾਹ ਤੇ ਭੈੜੇ ਰਾਹ ਤੇ ਟੁਰੇ ਹੋਏ ਹਾਂ, ਉਹਨਾਂ ਨੂੰ ਵੀ ਸੋਝੀ ਹੋ ਜਾਏ, ਸਮਝ ਆ ਜਾਏ। ਤੋ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਨੇ ਇਸ ਪਖੰਡੀ ਦਾ ਪਖੰਡ ਉਘੇੜਨ ਵਾਸਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਉਚਾਰਨ ਕੀਤਾ, ਆਪਣੇ ਮੁਖੋਂ ਬਚਨ ਕਹੇ। ਜੇ ਕੋ ਗੁਰ ਘਰ ਭੋਜਨ ਖੈ 1 ਰੁਪਈਆ ਦਛਨ ਪੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਲਾਨ ਕਰਵਾ ਦਿੱਤਾ, ਹੁਕਮ ਇਹ ਕੀਤਾ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਜਿਹੜਾ ਗੁਰੂ ਘਰ ਵਿੱਚ ਆ ਕੇ ਲੰਗਰ ਛਕੇਗਾ, ਹਰ ਇੱਕ ਲੰਗਰ ਛਕਣ ਵਾਲੇ ਨੂੰ 1 ਰੁਪਈਆ ਅਸੀਂ ਦਾਨ ਦੇਾਂਗੇ। 1 ਰੁਪਈਆ ਉਹਨੂੰ ਦਾਨ ਦਕਸ਼ਣਾ ਦਾ ਦੇਾਂਗੇ। ਜਿਹੜਾ ਆ ਕੇ ਗੁਰੂ ਘਰ ਵਿੱਚ ਲੰਗਰ ਛਕੇਗਾ, ਪ੍ਰਸ਼ਾਦਾ ਛਕੇਗਾ, ਉਹਨੂੰ 1 ਰੁਪਏ ਦੀ ਦਕਸ਼ਣਾ ਅਸੀਂ ਗੁਰੂ ਘਰ ਵੱਲੋਂ ਦੇਵਾਂਗੇ। ਤੋ ਵੀ ਤਪਾ ਨ ਆਇਓ ਨਹੀਂ। ਤਪੇ ਦੇ ਕੰਨਾਂ ਦੇ ਵਿੱਚ ਖਬਰ ਪਹੁੰਚਾਈ। ਗੁਰੂ ਸਾਹਿਬ ਜੀ ਆਪ ਹੀ ਕਲਾ ਵਰਤਾ ਰਹੇ ਵੀ ਤਪੇ ਦੇ ਕੰਨਾਂ ਵਿੱਚ ਵੀ ਖਬਰ ਪਵੇ, ਕਿਉਂਕਿ ਉਹ ਨਹੀਂ ਸੀ ਆਇਆ, ਬਾਕੀ ਸਾਰੇ ਆ ਗਏ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਗਲੀ ਦੇ ਵਿੱਚ ਢੰਡੋਰਾ ਪਟਵਾਇਆ, ਡੋਂਡੀ ਪਟਵਾਈ ਵੀ ਜਿਹੜਾ ਗੁਰੂ ਘਰ ਲੰਗਰ ਛਕੇਗਾ ਉਹਨੂੰ 1 ਰੁਪਈਆ ਮਿਲੇਗਾ ਦਕਸ਼ਣਾ ਵਜੋਂ ਗੁਰੂ ਘਰ ਵੱਲੋਂ। ਕਹਿੰਦੇ ਤਪਾ ਫਿਰ ਵੀ ਨਹੀਂ ਆਇਆ। ਜਦੋਂ ਉਹਨੇ ਸੁਣਿਆ, ਸੁਣ ਕੇ 1 ਵਜੇ ਤੱਕ ਕੰਨ ਖੜੇ ਹੋਏ ਉਹਦੇ, ਪਰ ਉਹ ਆਇਆ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 1 ਰੁਪਈਏ ਦਾ ਲਾਲਚ ਦਿੱਤਾ, ਪਰ ਉਹ ਆਇਆ ਨਹੀਂ। ਪੁਨ ਗੁਰ ਬਚਨ ਕੀਓ ਸਭ ਮਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੁਬਾਰਾ ਫੇਰ ਬਚਨ ਕੀਤਾ ਸਾਰਿਆਂ ਵਿੱਚ ਕਿ ਉਸ ਤਪੇ ਤੱਕ ਵੀ ਇਹ ਆਵਾਜ਼ ਪਹੁੰਚ ਜਾਏ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੁਬਾਰਾ ਬੋਲੇ, ਭੋਜਨ ਜੋ ਮਨ ਕੋ ਜੋ ਆਵੈ 2 ਰੁਪਈਏ ਦਛਨਾ ਪਾਵੈ। ਸਤਿਗੁਰੂ ਆਖਿਆ ਭਾਈ ਜਿਹੜਾ ਲੰਗਰ ਛਕਣ ਆਏਗਾ ਉਹਨੂੰ 2 ਰੁਪਈਏ ਦੇਾਂਗੇ। ਪਹਿਲਾਂ ਰੁਪਈਆ ਕਿਹਾ, ਤਪਾ ਨਹੀਂ ਆਇਆ। ਦੁਬਾਰਾ ਸਤਿਗੁਰਾਂ ਨੇ ਆਖਿਆ ਵੀ 2 ਰੁਪਈਏ ਦੇਾਂਗੇ ਅਸੀਂ ਉਹਨੂੰ, 2 ਰੁਪਏ ਦਕਸ਼ਣਾ। 2 ਰੁਪਏ ਵੀ ਉਦੋਂ ਮਾਇਨੇ ਰੱਖਦੇ ਸੀ। ਪਾਤਸ਼ਾਹ ਕਹਿੰਦੇ 2 ਰੁਪਈਏ ਅਸੀਂ ਉਹਨੂੰ ਦਕਸ਼ਣਾ ਦੇ ਦੇਵਾਂਗੇ ਜਿਹੜਾ ਗੁਰੂ ਘਰ ਆ ਕੇ ਲੰਗਰ ਛਕੇਗਾ, ਪ੍ਰਸ਼ਾਦਾ ਛਕੇਗਾ। ਯਾ ਪਰ ਵੀ ਜਬ ਤਪਾ ਨ ਆਇਓ ਤਬ ਸਤਿਗੁਰ ਇਹ ਭਾਂਤੇ ਹਲਾਇਓ। ਫਿਰ ਵੀ ਤਪਾ ਨਹੀਂ ਆਇਆ। 2 ਰੁਪਈਏ ਸੁਣ ਕੇ ਵੀ ਤਪਾ ਨਹੀਂ ਆਇਆ। ਜਦੋਂ ਉਹਨੇ ਸੁਣਿਆ ਵੀ ਗੁਰੂ ਸਾਹਿਬ ਕਹਿੰਦੇ 2 ਰੁਪਈਏ ਦੇਾਂਗੇ, ਫਿਰ ਵੀ ਨਹੀਂ ਆਇਆ। ਤੇ ਫਿਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਾਣਦੇ ਸੀ ਵੀ ਤਪੇ ਦੀ ਬਿਰਤੀ ਲੋਭੀ ਹੈ। ਤਪੇ ਦੇ ਅੰਦਰ ਲਾਲਚ, ਪਖੰਡੀ ਦਾ ਪਖੰਡ ਤੇ ਪ੍ਰਗਟ ਕਰਨਾ ਹੀ ਸੀ ਨਾ ਸਾਹਿਬਾਂ ਨੇ। ਤੀਸਰੀ ਵਾਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਫੇਰ ਬੋਲੇ। ਫਿਰ ਮਹਾਰਾਜ ਜੀ ਨੇ ਬਚਨ ਉਚਾਰਨ ਕੀਤਾ, 5 ਮੁੰਦਰ ਕਾ ਪਾਵੈ ਸੋਈ ਭੋਜਨ ਕੇ ਤੇ ਆਵੈ ਜੋਏ। 1 ਨਹੀਂ 2 ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਵੀ 5 ਰੁਪਈਏ ਅਸੀਂ ਉਹਨੂੰ ਦੇਾਂਗੇ ਜਿਹੜਾ ਆ ਕੇ ਗੁਰੂ ਘਰ ਲੰਗਰ ਛਕੇਗਾ। 5 ਰੁਪਏ ਦੀ ਦਕਸ਼ਣਾ ਅਸੀਂ ਉਹਨੂੰ ਦੇਾਂਗੇ ਜਿਹੜਾ ਗੁਰੂ ਘਰ ਵਿੱਚ ਆ ਕੇ ਭੋਜਨ ਛਕੇਗਾ। ਇਹ ਸਤਿਗੁਰੂ ਜੀ ਨੇ ਫਿਰ 34 ਵਾਰ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਹ ਬਚਨ ਆਪਣੇ ਮੁਖਾਰਬਿੰਦ ਚੋਂ ਕੀਤਾ ਕਿ ਅਸੀਂ ਭਾਈ ਫਿਰ ਉਹਨੂੰ 5 ਰੁਪਈਏ ਦੇਵਾਂਗੇ। ਤਪਾ ਨ ਆਇਓ ਪਰ ਲਲਚਾਇਓ ਪੁਨ ਗੁਰ 10 ਕਾ ਲੋਭ ਦਿਖਾਇਓ। ਤਪਾ ਨਹੀਂ ਆਇਆ। 1 ਰੁਪਈਏ ਤੇ ਨਹੀਂ ਆਇਆ, 2 ਰੁਪਇਆਂ ਤੇ ਨਹੀਂ ਆਇਆ। ਜਦੋਂ 5 ਰੁਪਏ ਦੀ ਆਵਾਜ਼ ਸੁਣੀ ਨਾ ਕੰਨਾਂ ਦੇ ਵਿੱਚ ਵੀ 5 ਰੁਪਈਏ ਸਤਿਗੁਰੂ ਕਹਿੰਦੇ ਦੇਾਂਗੇ, ਆਇਆ ਤਾਂ ਨਹੀਂ ਪਰ ਮਨ 'ਚ ਲਾਲਚ ਆ ਗਿਆ ਵੀ 5 ਰੁਪਈਏ ਗੁਰੂ ਘਰ ਜਿਹੜਾ ਪ੍ਰਸ਼ਾਦਾ ਛਕੇਗਾ ਉਹਨੂੰ 5 ਰੁਪਏ ਦਕਸ਼ਣਾ ਮਿਲੇਗੀ। ਲਾਲਚ ਆ ਗਿਆ ਮਨ 'ਚ। ਲਾਲਚ ਤਾਂ ਆ ਗਿਆ ਪਰ ਫਿਰ ਵੀ ਆਪ ਨਹੀਂ ਆਇਆ। ਪਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਹੁਣ ਜਾਣਦੇ ਨੇ ਵੀ ਕਿਸ ਦੇ ਹਿਰਦੇ 'ਚ ਕੀ ਪਿਆ ਚੱਲਦਾ।
ਵੀ ਮਨ ਲੋਭੀ ਹੋ ਗਿਆ ਪਰ ਆਉਂਦਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਲਾਨ ਕੀਤਾ ਵੀ 10 ਰੁਪਏ ਦੇਾਂਗੇ ਹੁਣ ਉਹਨੂੰ ਦਕਸ਼ਣਾ ਦੇ। 10 ਦਾ ਲਾਲਚ ਦੇ ਦਿੱਤਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ, 10 ਰੁਪਿਆਂ ਦਾ ਲੋਭ ਦੇ ਦਿੱਤਾ। ਓੜਕ ਜਬ ਗੁਰ ਮੋਹਰ ਸੋ ਕਹੇ ਤਬੈ ਤਪੇ ਕੀ ਬੁੱਧ ਸੋ ਬਹੇ। 10 ਰੁਪਏ ਜਦੋਂ ਸੁਣੇ ਪਰ ਸੋਚਦਾ ਵੀ ਜਾਵਾਂ ਕਿਵੇਂ ਹੁਣ ਮੈਂ, ਸੋਚੀ ਜਾਂਦਾ। ਜਦੋਂ ਨਾ ਆਇਆ ਨਾ ਫਿਰ ਵੀ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਤ ਨੂੰ ਕਿਹਾ ਬਈ ਸੋਨੇ ਦੀ ਅਸ਼ਰਫੀ ਦੇਾਂਗੇ। ਹੁਣ 10 ਰੁਪਿਆਂ ਤੋਂ ਵੀ ਉੱਤੇ ਅਸ਼ਰਫੀ ਹੁੰਦੀ ਹੈ। ਪਾਤਸ਼ਾਹ ਕਹਿੰਦੇ ਅਸ਼ਰਫੀ ਦੇਾਂਗੇ, ਸੋਨੇ ਦੀ ਮੋਹਰ ਦੇਾਂਗੇ ਉਹਨੂੰ, ਜਿਹੜਾ ਆ ਕੇ ਸਾਡੇ ਲੰਗਰਾਂ ਵਿੱਚ ਲੰਗਰ ਛਕੇਗਾ ਉਹਨੂੰ ਇੱਕ ਮੋਹਰ ਸੋਨੇ ਦੀ ਅਸੀਂ ਦਾਨ ਵਜੋਂ ਦਕਸ਼ਣਾ ਵਜੋਂ ਦੇਾਂਗੇ। ਕਹਿੰਦੇ ਉਸ ਵੇਲੇ ਤਾਂ ਫਿਰ ਤਪੇ ਦੀ ਬੁੱਧੀ ਵਹਿ ਗਈ ਲੋਭ ਦੇ ਲਹਿਰ ਦੇ ਵਿੱਚ। ਲਾਲਚ ਹੈ, ਲੋਭ ਹੈ, ਲੋਭ ਦੇ ਵਿੱਚ ਬਹਿ ਗਿਆ। ਕਿਹੜਾ ਅਸਲ ਦਾ ਤਪਾ ਤਿਆਗੀ ਸੀ, ਵਿਖਾਵਾ ਹੀ ਕਰਦਾ ਸੀ ਨਾ, ਪਖੰਡੀ। ਤੇ ਸਤਿਗੁਰੂ ਜੀ ਨੇ ਪਖੰਡੀ ਉਘੇੜ ਕੇ ਵਿਖਾਣਾ ਸੀ, ਲੋਕਾਂ ਵਿੱਚ ਸਾਹਮਣੇ ਪ੍ਰਗਟ ਕਰਨਾ ਸੀ ਵੀ ਇਹ ਪਖੰਡੀ ਹੈ, ਦੰਭੀ ਹੈ। ਦੰਭ ਦੀ ਪੂਜਾ ਨਹੀਂ ਕਰਨੀ ਸਿੱਖ ਨੇ, ਪਖੰਡ ਦੀ ਪੂਜਾ ਨਹੀਂ ਕਰਨੀ ਖਾਲਸੇ ਨੇ। ਸਿੱਖਾਂ ਨੂੰ ਸਤਿਗੁਰੂ ਜੀ ਸੁਚੇਤ ਕਰਨ ਵਾਸਤੇ ਕਲਾ ਵਰਤਾਈ। ਤਪਾ ਫਿਰ ਵੀ ਨਾ ਆਇਆ ਜਦੋਂ ਤੇ ਮਹਾਰਾਜ ਕਹਿੰਦੇ ਮੋਹਰ ਦੇਾਂਗੇ, ਸਰਫੀ ਦੇਾਂਗੇ ਸੋਨੇ ਦੀ। ਫਿਰ ਤਾਂ ਤਪੇ ਦੀ ਜਿਹੜੀ ਬੁੱਧੀ ਸੀ ਨਾ ਉਹ ਲੋਭ ਦੇ ਵਿੱਚ ਫਿਰ ਵਹਿ ਟੁਰੀ। ਵਿਆਕੁਲ ਭਇਓ ਬਹੁਤ ਲਲਚਾਇਓ ਸੁਤ ਭੇਜਨ ਕੋ ਬਿਉਂਤ ਬਨਾਇਓ। ਵਿਆਕੁਲ ਹੋ ਗਿਆ, ਲਾਲਚ ਬੜਾ ਮਨ ਦੇ ਵਿੱਚ ਆ ਗਿਆ ਵੀ ਮੋਹਰ ਮਿਲਣੀ ਆ ਸੋਨੇ ਦੀ। ਸੋਨੇ ਦੀਆਂ ਮੋਹਰਾਂ ਕਿਹੜਾ ਰੋਜ਼ ਮਿਲਦੀਆਂ ਨੇ ਕਿਤੋਂ, ਗੁਰੂ ਘਰੋਂ ਮਿਲਣੀ ਹੈ ਤੇ ਮਿਲਣੀ ਵੀ ਹੈ, ਪ੍ਰਸ਼ਾਦਾ ਛਕ ਕੇ ਮਿਲਣੀ ਹੈ। ਕੋਈ ਮਿਹਨਤ ਨਹੀਂ ਕਰਨੀ ਪੈਣੀ, ਕੋਈ ਘਾਲਣਾ ਨਹੀਂ ਘਾਲਣੀ ਪੈਣੀ, ਵੀ ਪ੍ਰਸ਼ਾਦਾ ਛਕਣ ਵਾਲੇ ਨੂੰ ਮਿਲਣੀ ਹੈ। ਇਹ ਆਪ ਤਾਂ ਨਹੀਂ ਗਿਆ, ਇਹਨੇ ਹੁਣ ਸੋਚ ਕੀਤੀ, ਵਿਚਾਰ ਕੀਤੀ ਵੀ ਮੈਂ ਕਿਹੜਾ ਮੂੰਹ ਲੈ ਕੇ ਜਾਵਾਂ, ਵੀ ਚਲੋ ਅਸ਼ਰਫੀ ਦੀ ਗੱਲ ਹੈ ਨਾ। ਤਾਂ ਇਹਨੇ ਸੋਚਿਆ ਵੀ ਆਪਣੇ ਪੁੱਤਰ ਨੂੰ ਭੇਜ ਕੇ ਤੇ ਅਸ਼ਰਫੀ ਮੰਗਾ ਲੈਣੇ, ਵੀ ਪੁੱਤਰ ਮੇਰਾ ਜਾਏਗਾ, ਨਾਲੇ ਲੰਗਰ ਛਕ ਆਏਗਾ, ਨਾਲੇ ਅਸ਼ਰਫੀ ਵੀ ਘਰ ਵਿੱਚ ਆ ਜਾਏਗੀ, ਨਾਲੇ ਦੋਵੇਂ ਕੰਮ ਹੋ ਜਾਣਗੇ। ਮੇਰੀ ਵੀ ਇੱਜ਼ਤ ਬਣੀ ਰਹੇਗੀ ਵੀ ਮੈਂ ਨਹੀਂ ਗਿਆ, ਤੇ ਮੇਰਾ ਪੁੱਤਰ ਜਾ ਕੇ ਪ੍ਰਸ਼ਾਦਾ ਛਕ ਕੇ ਅਸ਼ਰਫੀ ਲੈ ਆਏਗਾ। ਇਹ ਵਿਚਾਰ ਉਸ ਵੇਲੇ ਤਪੇ ਨੇ ਆਪਣੇ ਮਨ 'ਚ ਕੀਤੀ। ਦੁਆਰੇ ਦੁਆਰ ਪ੍ਰਵੇਸ਼ ਨਾ ਪਾਇਓ ਪਕੜ ਪੀਤ ਪਰ ਪੁੱਤ ਚੜਾਇਓ। ਉਹਨੇ ਸੋਚਣ ਲੱਗਾ ਵੀ ਮੈਂ ਆਪਣੇ ਪੁੱਤਰ ਨੂੰ ਦਰਵਾਜ਼ੇ ਰਾਹੀਂ ਕਿਵੇਂ ਭੇਜਾਂ, ਲੋਕਾਂ ਨੇ ਪਛਾਣ ਲੈਣਾ ਵੀ ਦਰਵਾਜ਼ੇ ਰਾਹੀਂ ਗਿਆ। ਤਾਂ ਦਰਵਾਜ਼ੇ ਰਾਹੀਂ ਨਹੀਂ ਭੇਜਿਆ, ਇਹਨੇ ਆਪਣੇ ਪੁੱਤਰ ਨੂੰ ਆਖਿਆ ਵੀ ਬੇਟਾ ਵੀ ਤੂੰ ਆਪ ਦੂਸਰੇ ਪਾਸਿਓਂ, ਨਾਲ ਹੀ ਸਤਿਗੁਰਾਂ ਦੇ ਘਰ ਦੇ ਲਾਗੇ ਇਹਦਾ ਘਰ ਸੀ, ਕੰਧ ਤੋਂ ਚੜਾਇਆ, ਦਰਵਾਜ਼ੇ ਰਾਹੀਂ ਨਹੀਂ ਪ੍ਰਵੇਸ਼ ਕਰਾਇਆ। ਆਪ ਇਹਨੇ ਮੋਢਾ ਦੇ ਕੇ ਆਪਣੇ ਪੁੱਤਰ ਨੂੰ ਕੰਧ ਤੇ ਚੜਾਇਆ ਵੀ ਤੂੰ ਕੰਧ ਟੱਪ ਕੇ ਅੰਦਰ ਚਲਾ ਜਾ। ਕੰਧ ਟਪਾ ਕੇ ਆਪਣੇ ਪੁੱਤਰ ਨੂੰ ਅੰਦਰ ਭੇਜਣ ਲੱਗਾ। ਸੋ ਗਿਰ ਪਰਿਓ ਭੀਤ ਤੇ ਤਰੇ ਟੂਟੀ ਟਾਂਗ ਰੁਦਨ ਬੋ ਕਰੇ। ਇਹਨੇ ਜਦੋਂ ਆਪਣੇ ਪੁੱਤਰ ਨੂੰ ਕੰਧ ਤੇ ਚੜਾਇਆ ਨਾ, ਤੇ ਕੰਧ ਤੋਂ ਜਦੋਂ ਮਾਰੀ ਛਾਲ ਇਹਦੇ ਪੁੱਤਰ ਨੇ ਥੱਲੇ ਜਦੋਂ ਉੱਤੋਂ ਡਿੱਗ ਪਿਆ, ਸੁਭਾਵਕ ਹੀ ਉਤਰਨ ਲੱਗਾ, ਸਰੀਰ ਨਾ ਸੰਭਾਲਿਆ ਗਿਆ। ਤੇ ਜਿਸ ਵੇਲੇ ਡਿੱਗਾ ਤੇ ਕਹਿੰਦੇ ਡਿੱਗਦਿਆਂ ਇਹਦੀ ਲੱਤ ਟੁੱਟ ਗਈ। ਇਹਦੇ ਪੁੱਤਰ ਦੀ ਟੰਗ ਜਿਹੜੀ ਸੀ, ਲੱਤ ਜਿਹੜੀ ਸੀ ਉਹ ਟੁੱਟ ਗਈ। ਤੇ ਜਦੋਂ ਲੱਤ ਟੁੱਟੀ ਉਹਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਤਪਾ ਤਾਂ ਆਪਣੇ ਵੱਲੋਂ ਚੋਰੀ ਭੇਜ ਰਿਹਾ ਸੀ, ਪਰ ਉਹਦੀ ਚੋਰੀ ਉਗੜ ਕੇ ਸਾਹਮਣੇ ਆ ਗਈ। ਜਦੋਂ ਉੱਚੀ ਉੱਚੀ ਰੋਣ ਲੱਗ ਪਿਆ, ਜਿਹਨੂੰ ਨਹੀਂ ਸੀ ਪਤਾ ਲੱਗਣਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਕੌਣ ਪਿਆ ਰੋਂਦਾ। ਸਾਰਿਆਂ ਦੀ ਨਿਗਾਹ ਗਈ ਵੀ ਇਹ ਤਾਂ ਤਪੇ ਦਾ ਲੜਕਾ ਹੈ, ਤਪੇ ਦਾ ਪੁੱਤਰ ਹੈ। ਕਹਿੰਦੇ ਉੱਚੀ ਉੱਚੀ ਉਹ ਰੋਣ ਲੱਗਾ, ਉੱਚੀ ਉੱਚੀ ਰੁਦਨ ਕਰਨ ਲੱਗਾ। ਨੀਚ ਉੱਚ ਮੈਂ ਉਗੜਿਓ ਪਾਜ। ਜਿਵੇਂ ਉੱਚੇ ਉੱਥੇ ਬੈਠੇ ਸੀ ਸਾਰਿਆਂ ਵਿੱਚ ਇਹਦਾ ਪਰਦਾ ਉਗੜ ਕੇ ਸਾਹਮਣੇ ਆ ਗਿਆ। ਲੋਭ ਤਪੇ ਕੋ ਦੀਨੀ ਲਾਜ। ਕਹਿੰਦੇ ਏਦਾਂ ਲੋਭੀ ਤਪੇ ਨੂੰ ਬੜਾ ਸ਼ਰਮਸਾਰ ਹੋਣਾ ਪਿਆ ਵੀ ਮੈਂ ਤਾਂ ਮੁੱਖ ਦਰਵਾਜ਼ੇ ਰਾਹੀਂ ਤਾਂ ਨਹੀਂ ਸੀ ਭੇਜਿਆ ਵੀ ਕੋਈ ਪਛਾਣ ਨਾ ਲਵੇ, ਵੀ ਕੰਧ ਤੋਂ ਟਪਾ ਕੇ ਚੋਰੀ ਨਾਲ ਅੰਦਰ ਭੇਜਣ ਲੱਗਾ ਸੀ। ਪਰ ਇਹ ਤਾਂ ਹੋਰ ਹੀ ਗੱਲ ਹੋ ਗਈ ਵੀ ਜਿਹਨੂੰ ਨਹੀਂ ਸੀ ਪਤਾ ਲੱਗਣਾ ਉਹਨਾਂ ਨੂੰ ਵੀ ਪਤਾ ਲੱਗ ਗਿਆ। ਜਦੋਂ ਪੁੱਤਰ ਦੀ ਲੱਤ ਟੁੱਟੀ ਸਾਰਿਆਂ ਵਿੱਚ, ਉੱਚੇ ਨੀਵਿਆਂ ਵਿੱਚ ਇਹ ਗੱਲ ਪ੍ਰਗਟ ਹੋ ਗਈ। ਤਪੇ ਨੂੰ ਬੜੀ ਵੱਡੀ ਭਾਰੀ ਲਾਜ ਆਈ। ਸਤਿਗੁਰ ਸੁਨ ਮੁਸਕਾਵਤ ਪਏ ਦੁਸ਼ਟਨ ਕੇ ਇਮੀ ਕਰ ਗਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਹੱਸ ਪਏ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਹੱਸ ਪਏ, ਮੁਸਕਰਾ ਪਏ।
ਤੇ ਮੁਸਕਰਾ ਕੇ ਮੇਰੇ ਸਾਹਿਬ ਕਹਿੰਦੇ ਵੀ ਦੁਸ਼ਟਾਂ ਦੇ ਘਰ ਇਸੇ ਤਰ੍ਹਾਂ ਹੀ ਜਾਂਦੇ ਨੇ। ਜਿਹੜੇ ਦੁਸ਼ਟਾਂ ਦੇ ਘਰ ਨੇ ਉਹ ਇਸੇ ਤਰ੍ਹਾਂ ਹੀ ਗਰਕ ਹੁੰਦੇ ਨੇ। ਤਿਸ ਅਵਸਰ ਗੁਰ ਅੰਤਰ ਜਾਮੀ, ਸ਼੍ਰੀ ਗੁਰੂ ਰਾਮਦਾਸ ਪ੍ਰਭ ਸੁਆਮੀ। ਖਾਲਸਾ ਜੀ, ਜਦੋਂ ਇਹ ਲੰਗਰ ਛਕਾਣ ਦੀ ਸੇਵਾ ਚੱਲ ਰਹੀ ਸੀ ਨਾ, ਬੌਲੀ ਸਾਹਿਬ ਦੀ ਚੱਠ ਚੱਲ ਰਹੀ ਸੀ, ਉਸ ਸਮੇਂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਅੰਤਰਯਾਮੀ ਗਰੀਬ ਨਵਾਜ ਉੱਥੇ ਸੇਵਾ ਕਰ ਰਹੇ ਸੀ। ਜਦੋਂ ਇਹ ਸਾਰਾ ਕੌਤਕ ਹੋਇਆ, ਤਪੇ ਨੇ ਆਪ ਨਹੀਂ ਆਇਆ, ਪੁੱਤਰ ਭੇਜਿਆ ਕੰਧ ਟਪਾ ਕੇ। ਇਹ ਸਾਰੀ ਖੇਡ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਮਹਾਰਾਜ ਜੀ ਉਸ ਸਮੇਂ ਵੇਖ ਰਹੇ ਸਨ। ਭੋਜਨ ਸਭਨ ਕਰਾਵਤ ਖਰੇ, ਸੁਨਤ ਬਿਰਤਾਨ ਬਚਨ ਸੋ ਕਰੇ। ਗੁਰੂ ਰਾਮਦਾਸ ਸਾਹਿਬ ਜੀ ਚੌਥੇ ਪਾਤਸ਼ਾਹ ਲੰਗਰ ਛਕਾ ਰਹੇ ਸੀ। ਸਾਰੇ ਮਹਾਂਪੁਰਖਾਂ ਨੂੰ, ਸਿੱਖਾਂ ਨੂੰ, ਸੰਗਤਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕਰ ਰਹੇ ਸੀ। ਤੇ ਸਤਿਗੁਰੂ ਜੀ ਨੇ ਸਾਰਾ ਬਿਰਤੰਤ ਵੇਖਿਆ ਆਪਣੀਆਂ ਅੱਖਾਂ ਨਾਲ ਵੀ ਕਿਵੇਂ ਗੁਰੂ ਅਮਰਦਾਸ ਜੀ ਨੇ ਪਹਿਲਾਂ ਰੁਪਈਏ, ਫਿਰ 2 ਰੁਪਏ, 5 ਰੁਪਏ, 10 ਰੁਪਏ ਦਾ ਲੋਭ ਦਿੱਤਾ। ਆਖਰਕਾਰ ਜਦੋਂ ਸੋਨੇ ਦੀ ਮੋਹਰ ਦੀ ਗੱਲ ਕਹੀ, ਫਿਰ ਤਪਾ ਲੋਭੀ ਹੋਇਆ ਤੇ ਆਪਣੇ ਪੁੱਤਰ ਨੂੰ ਭੇਜਿਆ, ਆਪ ਨਹੀਂ ਆਇਆ ਤੇ ਪੁੱਤਰ ਦੀ ਲੱਤ ਟੁੱਟ ਗਈ। ਉਹ ਸਾਰਾ ਬਿਰਤੰਤ ਜਿਹੜਾ ਸੀ ਉਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੀਆਂ ਅੱਖਾਂ ਨਾਲ ਵੇਖਿਆ। ਉਸ ਵੇਲੇ ਦਾ ਉਹ ਸਾਰਾ ਬਿਰਤੰਤ ਜੋ ਮਹਾਰਾਜ ਜੀ ਨੇ ਵੇਖਿਆ ਤੇ ਸੁਣਿਆ। ਗੌੜੀ ਰਾਗ ਵਾਰ ਕੇ ਭੀਤਰ, ਭਨਿਓ ਸ਼ਲੋਕ ਸੋ ਸੁਨੋ ਸਿੱਖ ਬਰ। ਉਹ ਜਿਹੜਾ ਸ਼ਲੋਕ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ, ਗੁਰੂ ਰਾਮਦਾਸ ਸਾਹਿਬ ਜੀ ਨੇ, ਉਹ ਗੌੜੀ ਦੀ ਵਾਰ ਵਿੱਚ ਸਤਿਗੁਰਾਂ ਨੇ ਦਰਜ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੌੜੀ ਦੀ ਵਾਰ ਹੈ ਤੇ ਗੌੜੀ ਦੀ ਵਾਰ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਨੇ ਸ਼ਲੋਕ ਉਚਾਰਿਆ। ਉਸ ਵੇਲੇ ਦਾ ਸਾਰਾ ਬਿਰਤੰਤ, ਜੋ ਕੁਝ ਉੱਥੇ ਹੋਇਆ, ਜੋ ਕੁਝ ਉੱਥੇ ਵਰਤਿਆ, ਵਾਪਰਿਆ, ਉਹ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੌੜੀ ਦੀ ਵਾਰ ਦੇ ਵਿੱਚ ਉਚਾਰਿਆ। हे ਗੁਰੂ ਕੇ ਸਿੱਖੋ, ਜਿਹੜਾ ਸ਼ਲੋਕ ਗੁਰੂ ਰਾਮਦਾਸ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਉਹ ਬੜਾ ਸ੍ਰੇਸ਼ਟ ਸ਼ਲੋਕ ਹੈ। ਉਹ ਆਪ ਜੀ ਸਾਰੇ ਸੁਣੋ। ਸਤਿਗੁਰ ਕੋ ਪ੍ਰਤਾਪ ਦਿਖਰਾਇਓ, ਨਿੰਦਾ ਦੁਖ ਅਧਿਕ ਪ੍ਰਗਟਾਇਓ। ਇਹ ਜਿਹੜਾ ਸ਼ਲੋਕ ਗੁਰੂ ਰਾਮਦਾਸ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਇਹਦੇ ਵਿੱਚ ਸਤਿਗੁਰਾਂ ਨੇ ਸਤਿਗੁਰਾਂ ਦਾ ਪ੍ਰਤਾਪ ਪ੍ਰਗਟ ਕਰਕੇ ਵਿਖਾਇਆ, ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਤਾਪ। ਔਰ ਜਿਹੜਾ ਨਿੰਦਾ ਕਰਨ ਵਾਲਾ ਦੋਖੀ ਸੀ, ਉਹਨੂੰ ਕਿਵੇਂ ਸਜ਼ਾ ਮਿਲੀ, ਉਹਨੂੰ ਕਿਵੇਂ ਆਪਣੀ ਕਰਨੀ ਦਾ ਫਲ ਮਿਲਿਆ, ਉਹ ਸਤਿਗੁਰੂ ਜੀ ਨੇ ਇਸ ਪਾਵਨ ਵਾਰ ਦੇ ਸ਼ਲੋਕ ਵਿੱਚ, ਧੰਨ ਗੁਰੂ ਰਾਮਦਾਸ ਸਾਹਿਬ ਜੀ ਉਦੋਂ ਹਾਲੇ ਗੁਰੂ ਨਹੀਂ ਸਨ ਬਣੇ ਤੇ ਸੇਵਾ ਕਰ ਰਹੇ ਸਨ। ਜੋ ਕੁਝ ਉਹਨਾਂ ਨੇ ਉਸ ਵੇਲੇ ਵੇਖਿਆ ਜਾਂ ਸੁਣਿਆ, ਉਹ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਗੌੜੀ ਦੀ ਵਾਰ ਵਿੱਚ ਉਸ ਤਪੇ ਦੀ ਜਿਹੜੀ ਦਸ਼ਾ ਸੀ ਔਰ ਗੁਰੂ ਘਰ ਦਾ ਜਿਹੜਾ ਪ੍ਰਤਾਪ ਹੈ, ਉਹਦਾ ਵਰਣਨ ਇਸ ਸ਼ਲੋਕ ਦੇ ਵਿੱਚ ਕੀਤਾ ਹੈ। ਸ਼ਲੋਕ ਮਹਿਲਾ ਚੌਥਾ, ਤਪਾ ਨ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾਲਿਆ। ਸ਼ਲੋਕ ਹੈ ਮਹੱਲਾ ਚੌਥਾ, ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ। ਮਹਾਰਾਜ ਜੀ ਗੌੜੀ ਦੀ ਵਾਰ ਵਿੱਚ ਉਸ ਸਮੇਂ ਦਾ ਸਾਰਾ ਪ੍ਰਸੰਗ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਰਹੇ ਨੇ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਗੁਰੂ ਕੇ ਸਿੱਖ ਇਸ ਇਤਿਹਾਸ ਤੋਂ ਜਾਣੂ ਹੋ ਸਕਣ। ਮਹਾਰਾਜ ਜੀ ਕਹਿੰਦੇ ਤਪਾ ਨਾ ਹੋਵੇ ਅੰਦਰੋਂ ਲੋਭੀ। ਇਹ ਤਪਾ ਥੋੜੀ ਹੈ, ਉਸ ਤਪੇ ਦੀ ਹਾਲਤ ਦੱਸਦੇ। ਕਹਿੰਦੇ ਤਪਾ ਨਹੀਂ, ਇਹ ਤਾਂ ਅੰਦਰੋਂ ਲੋਭੀ ਹੈ, ਲਾਲਚੀ ਹੈ। ਲੋਭੀ ਦਾ ਮਤਲਬ ਲਾਲਚੀ, ਜਿਹਦੇ ਅੰਦਰ ਲਾਲਚ ਦੀ ਬਿਰਤੀ ਹੈ, ਲਾਲਚ ਦੀ ਲੋਭ ਦਾ ਵੇਗ ਹੈ। ਪਾਤਸ਼ਾਹ ਕਹਿੰਦੇ ਤਪਾ ਨਹੀਂ, ਤਾਂ ਲੋਭੀ ਹੈ, ਨਿਤ ਮਾਇਆ ਨੂੰ ਫਿਰੈ ਜਜਮਾਲਿਆ। ਇਹ ਤਾਂ ਮਾਇਆ ਦੇ ਵਿੱਚ ਦੱਬਿਆ ਹੋਇਆ, ਮਾਇਆ ਨੇ ਇਹਨੂੰ ਦਬਾਇਆ ਹੋਇਆ, ਮਾਇਆ ਨੇ ਇਹਦੇ ਸੁਰਤੀ ਤੇ ਪ੍ਰਭਾਵ ਪਾਇਆ ਹੋਇਆ। ਇਹ ਕਾਹਦਾ ਤਪ ਹੈ? ਇਹ ਤਾਂ ਨਿਤ ਮਾਇਆ ਦਾ ਦਬਾਇਆ ਹੋਇਆ। ਜਜਮਾਲਿਆ ਦਾ ਮਤਲਬ ਹੁੰਦਾ ਦਬਾਇਆ ਹੋਇਆ। ਮਾਇਆ ਨੇ ਇਹਨੂੰ ਦੱਬਿਆ ਹੋਇਆ, ਕਿਉਂਕਿ ਮਾਇਆ ਵੀ ਦਬਾਉਂਦੀ ਹੈ ਨਾ। ਮਾਇਆ ਜਿਹੜੀ ਸਾਰਿਆਂ ਤੇ ਹਾਵੀ ਹੋ ਕੇ ਸਭ ਨੂੰ ਦਬਾਉਂਦੀ ਹੈ, ਤੇ ਕਹਿੰਦੇ ਮਾਇਆ ਇਸ ਨੂੰ ਦਬਾਈ ਬੈਠੀ ਹੈ। ਇਸ ਤਪੇ ਦੇ ਅੰਦਰ ਲੋਭ ਦੀ, ਲਾਲਚ ਦੀ ਬਿਰਤੀ ਹੈ, ਔਰ ਮਾਇਆ ਨੇ ਇਸ ਨੂੰ ਦਬਾਇਆ ਹੋਇਆ ਹੈ। ਅੱਗੋਂ ਦੇ ਸੱਦਿਆ
ਸੱਤੈ ਕੀ ਭਿਖਿਆ ਲੈ ਨਾਈ, ਪਿੱਛੋਂ ਦੇ ਪਛਤਾਏ ਕੈ, ਆਣ ਤਪੇ ਪੁੱਤ ਵਿੱਚ ਭਾਲਿਆ। ਮਹਾਰਾਜ ਜੀ ਕਹਿੰਦੇ ਪਹਿਲਾਂ ਪਿਆਰ ਨਾਲ ਸੱਦਾ ਭੇਜਿਆ, ਅੱਗੋਂ ਦੇ ਸੱਦਿਆ। ਪਹਿਲਾਂ ਤਾਂ ਸੱਦਾ ਭੇਜਿਆ ਵੀ ਮਹਾਰਾਜ ਤਪਾ ਜੀ ਲੰਗਰ ਛਕਣ ਆਇਆ ਜੇ, ਉਦੋਂ ਨਹੀਂ ਆਇਆ। ਸੱਚ ਦੀ ਜਿਹੜੀ ਭਿਖਿਆ ਸੀ ਉਦੋਂ ਨਹੀਂ ਲਈ, ਜਿਹੜੀ ਸੱਚ ਦੀ ਭਿਖਿਆ ਮਿਲਣੀ ਸੀ ਗੁਰੂ ਅਮਰਦਾਸ ਸਾਹਿਬ ਨੇ ਸੱਦਾ ਭੇਜਿਆ ਸੀ ਤਪੇ ਨੂੰ, ਪਹਿਲਾਂ ਨਹੀਂ ਆਇਆ। ਤੇ ਬਾਅਦ ਵਿੱਚ ਜਦੋਂ ਲਾਲਚ ਦਿੱਤਾ ਮਹਾਰਾਜ ਜੀ ਨੇ ਆਖਿਆ ਵੀ ਮਾਇਆ ਦੇਾਂਗੇ, ਅਸ਼ਰਫੀ ਦੇਾਂਗੇ ਸੋਨੇ ਦੀ, ਉਦੋਂ ਲੋਭ ਦੀ ਲਹਿਰ ਵਿੱਚ ਵਹਿ ਕੇ ਤੇ ਪਿੱਛੋਂ ਦੇ ਪਛਤਾਏ ਕੈ, ਫਿਰ ਮੁੜ ਕੇ ਪਛਤਾਵਾ ਕੀਤਾ ਵੀ ਮੈਂ ਕਾਹਨੂੰ ਨਹੀਂ ਗਿਆ, ਚਲਾ ਜਾਂਦਾ ਤੇ ਮੈਨੂੰ ਦਕਸ਼ਣਾ ਮਿਲਣੀ ਸੀ। ਫਿਰ ਕਿਹੜਾ ਮੂੰਹ ਲੈ ਕੇ ਆਉਂਦਾ, ਆਪ ਤਾਂ ਨਹੀਂ ਆਇਆ। ਤੇ ਆਣ ਤਪੈ ਪੁੱਤ ਵਿੱਚ ਬਹਾਲਿਆ, ਕਹਿੰਦੇ ਤਪੇ ਨੇ ਆਪਣਾ ਪੁੱਤਰ ਭੇਜ ਦਿੱਤਾ ਵਿੱਚ ਬਿਠਾਲਣ ਵਾਸਤੇ। ਉਹਨੂੰ ਜਦੋਂ ਕੰਧ ਟਪਾ ਕੇ ਅੰਦਰ ਭੇਜਿਆ, ਪੰਜ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲਹਿਰ ਹੈ ਗਾਲਿਆ। ਜਦੋਂ ਉਹਨੂੰ ਕੰਧ ਟਪਾ ਕੇ ਅੰਦਰ ਭੇਜਿਆ, ਉਹਦੀ ਲੱਤ ਟੁੱਟ ਗਈ, ਲੱਗਾ ਰੋਣ ਕੁਰਲਾਣ ਵਾਸਤੇ। ਤੇ ਸਾਰੇ ਜਿੰਨੇ ਪੰਚ ਲੋਕ ਦਾ ਮਤਲਬ ਹੈ ਜਿਹੜੇ ਸ੍ਰੇਸ਼ਟ ਪੁਰਸ਼, ਕਿਉਂਕਿ ਉੱਥੇ ਸਾਰੇ ਮਹਾਂਪੁਰਖ ਹੀ ਬੈਠੇ ਸੀ ਜਿਹੜੇ ਲੰਗਰ ਛਕ ਰਹੇ, ਪ੍ਰਸ਼ਾਦਾ ਛਕ ਰਹੇ ਸਨ। ਉਹ ਪੰਚ ਦਾ ਮਤਲਬ ਸ੍ਰੇਸ਼ਟ, ਸਰਵੋਤਮ। ਜਿਵੇਂ ਮਹਾਰਾਜ ਜਪਜੀ ਸਾਹਿਬ ਚ ਵੀ ਕਹਿੰਦੇ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ। ਪੰਚ ਦਾ ਮਤਲਬ ਹੁੰਦਾ ਸ੍ਰੇਸ਼ਟ, ਸਰਵੋਤਮ। ਜਿਹੜੇ ਉਹ ਪੰਚ ਸਿਆਣੇ ਲੋਕ ਬੈਠੇ ਸਨ, ਉਹ ਵੇਖ ਕੇ ਸਭ ਹੱਸਣ ਲੱਗ ਪਏ। ਸਭ ਨੂੰ ਹਾਸਾ ਆ ਗਿਆ, ਸੁਭਾਵਿਕ ਸੀ ਵੀ ਸਭ ਨੂੰ ਹੱਸਣ ਵਾਸਤੇ ਕਹਿੰਦੇ ਉਸ ਵੇਲੇ ਪ੍ਰੇਰਿਆ। ਸਭ ਹੱਸ ਪਏ ਤੇ ਹੱਸ ਕੇ ਕਹਿਣ ਲੱਗੇ ਤਪਾ ਲੋਭ ਲਹਿਰ ਹੈ ਗਾਲਿਆ। ਕਹਿੰਦੇ ਕਾਹਦਾ ਤਪ ਹੈ, ਇਹ ਤਾਂ ਲੋਭ ਦੀਆਂ ਲਹਿਰਾਂ ਵਿੱਚ ਗਲਿਆ ਹੋਇਆ। ਵੀ ਇਹਨੂੰ ਪਹਿਲਾਂ ਸੱਦਾ ਭੇਜਿਆ ਵੀ ਆ ਜਾ ਲੰਗਰ ਛਕ ਲੈ, ਆਇਆ ਨਹੀਂ। ਹੁਣ ਜਦੋਂ ਸਤਿਗੁਰਾਂ ਨੇ ਆਖਿਆ ਵੀ ਇਹ ਸ਼ਰਫੀ ਦੇਾਂਗੇ ਸੋਨੇ ਦੀ, ਤੇ ਹੁਣ ਲੋਭ ਦੀ ਲਹਿਰ ਦੇ ਵਿੱਚ ਗਲ ਗਿਆ ਤੇ ਆਪਣਾ ਪੁੱਤਰ ਭੇਜ ਦਿੱਤਾ ਖਾਣ ਵਾਸਤੇ, ਪ੍ਰਸ਼ਾਦਾ ਚੱਕਣ ਵਾਸਤੇ, ਕਿ ਜਾ ਕੇ ਉੱਥੋਂ ਅਸ਼ਰਫੀ ਸੋਨੇ ਦੀ ਦਾਨ ਵਜੋਂ, ਦਕਸ਼ਣਾ ਵਜੋਂ ਲੈ ਕੇ ਆਵੇਗਾ। ਤੇ ਸਾਰੇ ਪੰਚ ਸਿਆਣੇ ਲੋਕ ਹੱਸਣ ਲੱਗ ਪਏ, ਕਹਿੰਦੇ ਤਪਾ ਲੋਭ ਦੀਆਂ ਲਹਿਰਾਂ ਵਿੱਚ ਗਲਿਆ ਹੋਇਆ। ਜਿੱਥੇ ਥੋੜਾ ਧਨ ਵੇਖੈ, ਤਿੱਥੈ ਤਪਾ ਭਿਟੈ ਨਾਈ, ਧਨ ਬਹੁਤੇ ਡਿਠੈ ਤਪੈ ਧਰਮ ਹਾਰਿਆ। ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਇਹ ਤਪੇ ਦੀ ਇਹ ਹਾਲਤ ਹੈ ਵੀ ਜਿੱਥੇ ਥੋੜਾ ਧਨ ਹੁੰਦਾ ਉੱਥੇ ਨਹੀਂ ਤਪਾ ਜਾਂਦਾ। ਤਪਾ ਭਿਟੈ ਨਹੀਂ, ਉੱਥੇ ਨਹੀਂ ਜਾਂਦਾ, ਉੱਥੇ ਨਹੀਂ ਜਾ ਕੇ ਕਿਸੇ ਨੂੰ ਮਿਲਦਾ। ਜਿੱਥੇ ਹੁਣ ਪਹਿਲਾਂ ਰੁਪਈਏ ਦੀ 2 ਰੁਪਇਆਂ ਦੀ ਗੱਲ ਹੋਈ, ਉੱਥੇ ਨਹੀਂ ਆਇਆ। ਕਹਿੰਦੇ ਜਦੋਂ ਬਹੁਤਾ ਧਨ ਹੋਇਆ, ਸਤਿਗੁਰੂ ਜੀ ਨੇ ਅਸ਼ਰਫੀ ਦਾ ਐਲਾਨ ਕਰ ਦਿੱਤਾ ਤੇ ਕਹਿੰਦੇ ਧਨ ਬਹੁਤਾ ਡਿੱਠਾ, ਬਹੁਤਾ ਧਨ ਵੇਖ ਕੇ ਤਪੈ ਧਰਮ ਹਾਰਿਆ। ਤਪੇ ਨੇ ਆਪਣਾ ਧਰਮ ਹੀ ਹਾਰ ਦਿੱਤਾ। ਖਾਲਸਾ ਜੀ ਹੁਣ ਇਹ ਪਾਵਨ ਪੰਕਤੀ ਸਿਰਫ ਉਸ ਤਪੇ ਪ੍ਰਥਾਏ ਨਹੀਂ ਹੈ। ਗੁਰੂ ਕੀ ਬਾਣੀ ਸਦਾ ਵਾਸਤੇ ਸਾਰਿਆਂ ਦੀ ਅਗਵਾਈ ਕਰਦੀ ਹੈ। ਅੱਜ ਬਹੁਤ ਸਾਰੇ ਸਾਡੇ ਸਿੱਖ ਵਿਦਵਾਨ ਜਿੱਥੇ ਕੋਈ ਗਰੀਬ ਗੁਰਦਾ ਹੋਵੇ ਉੱਥੇ ਜਾਣ ਵਾਸਤੇ ਉਤਸ਼ਾਹਤ ਨਹੀਂ ਹੁੰਦੇ। ਕਹਿੰਦੇ ਜੀ ਇੱਥੋਂ ਕਿਹੜਾ ਕੋਈ ਭੇਟਾ ਮਿਲਣੀ, ਇੱਥੋਂ ਕਿਹੜਾ ਕੋਈ ਚੰਗਾ ਦਾਨ ਮਿਲਣਾ ਹੈ। ਜਿੱਥੇ ਕੋਈ ਚੰਗਾ ਬਾਬਾ ਹੋਵੇ, ਜਿੱਥੇ ਵੇਖਦੇ ਨੇ ਵੀ ਚੰਗਾ ਧਨ ਹੈ, ਉਸ ਜਗ੍ਹਾ ਤੇ ਜਾ ਕੇ ਆਪਣਾ ਧਰਮ ਹਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਉਪਮਾ ਕਰਨ ਦੀ ਬਜਾਏ ਉਹਨਾਂ ਬਾਬਿਆਂ ਦੇ ਸੋਹਲੇ ਗਾਈ ਜਾਂਦੇ, ਉਹਨਾਂ ਬਾਬਿਆਂ ਦੀ ਵਡਿਆਈ ਕਰੀ ਜਾਂਦੇ। ਫਲਾਣਾ ਬਾਬਾ ਜੀ ਇਹਨਾਂ ਦੇ ਆਹ ਬਿਰਤੀ ਨੇ ਜੀ, ਏਦਾਂ ਇਹਨਾਂ ਨੇ ਆਹ ਪਰਉਪਕਾਰ ਕੀਤੇ। ਉਹ ਧਨ ਵੇਖ ਕੇ ਹਾਰਦੇ ਨੇ ਨਾ ਆਪਣਾ ਧਰਮ। ਗੁਰੂ ਰਾਮਦਾਸ ਸਾਹਿਬ ਜੀ ਇਹ ਬਚਨ ਉਹਨਾਂ ਵਾਸਤੇ ਵੀ ਨੇ, ਸਾਰਿਆਂ ਵਾਸਤੇ ਨੇ। ਗੁਰਸਿੱਖੀ ਦੀ ਪਰਿਭਾਸ਼ਾ ਕੀ ਹੈ, ਉਹ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਵਿੱਚ ਵੇਖਣ ਨੂੰ ਮਿਲਦੀ ਕਿ ਮਲਕ ਭਾਗੋ ਦੇ ਪੂੜੇ ਛੱਡ ਕੇ ਭਾਈ ਲਾਲੋ ਦੇ ਕੋਧਰੇ ਦਾ ਪ੍ਰਸ਼ਾਦਾ ਅੰਗੀਕਾਰ ਕੀਤਾ। ਇਹ ਗੁਰਸਿੱਖੀ ਹੈ। ਇਹ ਨਹੀਂ ਵੀ ਜਿੱਥੇ ਧਨਵਾਨ ਹੈ, ਸ਼ਾਹੂਕਾਰ ਹੈ, ਉਹਦੇ ਵਾਸਤੇ ਬਾਬਿਆਂ ਨੇ ਕਮਰਿਆਂ ਵਿੱਚ ਦਰਵਾਜ਼ੇ ਵੀ ਵੱਖਰੇ ਬਣਾਏ ਹੋਏ ਨੇ ਵੀ ਸਿੱਧੇ ਅੰਦਰ ਆਉਣ।
ਤੇ ਗਰੀਬ ਗੁਰਦਾ ਕੋਈ ਮਿਲਣ ਟੁਰ ਜੇ ਉਹਨਾਂ ਨੂੰ ਇੱਕ ਪਾਸੇ ਬਿਠਾ ਛੱਡਦੇ। ਬਾਬਾ ਜੀ ਭੌਰਾ ਸਾਹਿਬ ਚ ਬੈਠੇ ਤਪ ਪੇ ਕਰਦੇ ਨੇ, ਉਹ ਅੰਦਰ ਬੈਠਾ ਭਾਵੇਂ ਟੀਵੀ ਵੇਖਦਾ ਹੋਵੇ ਤੇ ਕਹਿਣਗੇ ਜੀ ਬਾਬਾ ਜੀ ਤਪ ਪੇ ਕਰਦੇ ਭੌਰਾ ਸਾਹਿਬ ਚ ਬੈਠੇ। ਇਹ ਸਾਡੇ ਵੇਖਣ ਦੇ ਵਿੱਚ ਆਉਂਦਾ, ਇਹ ਕੇਵਲ ਕਹਿਣ ਮਾਤਰ ਦੀਆਂ ਬਾਤਾਂ ਨਹੀਂ, ਇਹ ਦੁਖਾਂਤ ਹੈ ਸਾਡੇ। ਸਤਿਗੁਰੂ ਜੀ ਕਹਿੰਦੇ ਵੀ ਜਿੱਥੇ ਥੋੜਾ ਧਨ ਵੇਖਿਆ ਤਪਾ ਨਹੀਂ ਆਇਆ, ਉੱਥੇ ਜਿੱਥੇ ਬਹੁਤਾ ਧਨ ਵੇਖਿਆ ਉੱਥੇ ਧਰਮ ਹੀ ਹਾਰ ਗਿਆ ਆਪਣਾ, ਉੱਥੇ ਆਪਣੇ ਧਰਮ ਨੂੰ ਹੀ ਛੱਡ ਦਿੱਤਾ। ਭਾਈ ਇਹੋ ਤਪਾ ਨਾ ਹੋਵੀ ਬਗਲਾ ਮੈਂ ਸਾਧ ਜਨਾ ਵਿਚਾਰਿਆ। ਮਹਾਰਾਜ ਜੀ ਕਹਿੰਦੇ ਭਾਈ ਇਹ ਤਪਾ ਨਹੀਂ, ਇਹ ਤਾਂ ਬਗਲਾ, ਇਹ ਤਾਂ ਬਗਲਾ। ਹੁਣ ਬਗਲਾ ਵੇਖਣ ਨੂੰ ਹੰਸ ਹੀ ਲੱਗਦਾ, ਪਰ ਉਹ ਹੰਸ ਹੈ ਤਾਂ ਨਹੀਂ ਨਾ। ਵੇਖਣ ਨੂੰ ਹੰਸ ਲੱਗਦਾ ਵੀ ਮੋਤੀ ਖਾਂਦਾ ਹੋਣਾ, ਪਰ ਉਹਦੀਆਂ ਬਿਰਤੀਆਂ ਜਿਹੜੀਆਂ ਨੇ ਉਹ ਬੜੀਆਂ ਨੀਚ ਨੇ। ਉਹਨੇ ਡੱਡੀਆਂ ਮੱਛੀਆਂ ਖਾ ਕੇ ਪੇਟ ਭਰਨਾ। ਮਹਾਰਾਜ ਕਹਿੰਦੇ ਤਪਾ ਥੋੜੀ ਹੈ, ਜਿਹਨੂੰ ਤੁਸੀਂ ਕਹਿੰਦੇ ਹੋ ਤਪਾ, ਇਹ ਤਪਾ ਨਹੀਂ, ਇਹ ਤਾਂ ਬਗਲਾ ਹੈ। ਮਹਾਂਪੁਰਖਾਂ ਨੇ, ਇਹ ਗੱਲ ਮੈਂ ਨਹੀਂ ਕਹਿੰਦਾ, ਗੁਰੂ ਰਾਮਦਾਸ ਸਾਹਿਬ ਕਹਿੰਦੇ, ਜਿਹੜੇ ਸਾਧੂ ਜਨ ਨੇ ਉਹਨਾਂ ਨੇ ਇਸ ਗੱਲ ਨੂੰ ਵਿਚਾਰਿਆ ਹੈ। ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤ ਵਿੱਚ ਹੋਵੈ ਏਤ ਦੁਖ ਹੈ ਤਪੈ ਦੇ ਮਾਰਿਆ। ਮਹਾਰਾਜ ਜੀ ਕਹਿੰਦੇ ਕਿ ਸਤਪੁਰਖਾਂ ਦੀ ਇਹ ਨਿੰਦਾ ਕਰਦਾ ਹੈ। ਸਤਪੁਰਖ ਕੌਣ ਨੇ? ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਇਹ ਤਪਾ ਉਹਨਾਂ ਦੀ ਨਿੰਦਾ ਕਰਦਾ, ਕਹਿੰਦਾ ਜੀ ਉਹ ਤਾਂ ਮੇਰੇ ਤੋਂ ਛੋਟੇ ਨੇ, ਮੈਂ ਵੱਡਾ। ਸਤਪੁਰਖਾਂ ਦੀ ਇਹ ਨਿੰਦਾ ਕਰਦਾ ਤੇ ਸੰਸਾਰ ਦੀ ਉਸਤਤ ਕਰਦਾ। ਕਹਿੰਦਾ ਮੇਰੀ ਉਸਤਤ ਕਰੋ, ਸੰਸਾਰ ਦੇ ਵਿੱਚ ਮੇਰੀ ਉਸਤਤ ਹੋਣੀ ਚਾਹੀਦੀ ਹੈ। ਤੇ ਮਹਾਰਾਜ ਜੀ ਕਹਿੰਦੇ ਇਸੇ ਦੋਸ਼ ਨੇ ਇਸ ਤਪੇ ਨੂੰ ਦਿਆਲੂ ਵਾਹਿਗੁਰੂ ਪਰਮੇਸ਼ਰ ਨੇ ਮਾਰ। ਦਇਆ ਦਾ ਮਤਲਬ ਹੈ ਵਾਹਿਗੁਰੂ ਪਰਮੇਸ਼ਰ। ਪਰਮੇਸ਼ਰ ਨੇ ਇਸ ਤਪੇ ਨੂੰ ਮਾਰਿਆ। ਪਰਮੇਸ਼ਰ ਦੀ ਮਾਰ ਇਸ ਤਪੇ ਤੇ ਪਈ ਹੈ, ਇਸ ਦੋਸ਼ ਕਰਕੇ ਪਈ ਹੈ ਕਿ ਇਹ ਸਤਪੁਰਖਾਂ ਦੀ ਨਿੰਦਾ ਕਰਦਾ ਹੈ ਔਰ ਸੰਸਾਰ ਵਿੱਚ ਆਪਣੀ ਉਸਤਤ ਕਰਦਾ ਹੈ। ਮਹਾਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੂੰ ਫਲ ਲੱਗਾ ਸਭ ਗਿਆ ਤਪੇ ਕਾ ਘਾਲਿਆ। ਮਹਾਰਾਜ ਜੀ ਕਹਿੰਦੇ ਮਹਾਂਪੁਰਖਾਂ ਦੀ ਨਿੰਦਾ ਦਾ ਵੇਖੋ ਇਸ ਤਪੇ ਨੂੰ ਕਿਹੋ ਜਿਹਾ ਫਲ ਲੱਗਾ। ਇਹਨੇ ਮਹਾਂਪੁਰਖਾਂ ਦੀ ਨਿੰਦਾ ਕੀਤੀ। ਮਹਾਂਪੁਰਖ ਕੌਣ? ਗੁਰੂ ਅਮਰਦਾਸ ਸਾਹਿਬ। ਉਹਨਾਂ ਦੀ ਨਿੰਦਾ ਕਰਦਾ ਸੀ। ਇਹ ਤਪਾ ਮਹਾਂਪੁਰਖਾਂ ਦੀ ਨਿੰਦਾ ਕਰਦਾ ਸੀ। ਵੇਖੋ ਇਸ ਤਪੇ ਨੂੰ ਫਲ ਲੱਗਾ, ਫਲ ਮਿਲਿਆ ਕਿ ਜੋ ਕੁਝ ਵੀ ਇਹਨੇ ਘਾਲਿਆ ਸੀ ਸਭ ਚਲਾ ਗਿਆ, ਸਭ ਗਿਆ। ਤਪੇ ਕਾ ਘਾਲਿਆ, ਜੋ ਕੁਝ ਇਹਨੇ ਘਾਲਿਆ ਸੀ, ਬਣਾਇਆ ਸੀ, ਜਿਹੜੀ ਇੱਜ਼ਤ ਲੋਕਾਂ ਵਿੱਚ ਇਹਦੀ ਬਣੀ ਸੀ, ਸਾਰੀ ਗਰਕ ਹੋ ਗਈ ਕਿ ਇਹਨੇ ਮਹਾਂਪੁਰਖਾਂ ਦੀ ਨਿੰਦਾ ਕੀਤੀ ਹੈ। ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ ਅੰਦਰ ਬਹਿ ਤਪਾ ਪਾਪ ਕਮਾਏ। ਮਹਾਰਾਜ ਜੀ ਕਹਿੰਦੇ ਬਾਹਰ ਬਹਿ ਕੇ ਪੰਚਾਂ ਵਿੱਚ ਆਪਣੇ ਆਪ ਨੂੰ ਤਪਾ ਸਦਾਉਂਦਾ ਹੈ। ਕਹਿੰਦਾ ਜੀ ਮੈਂ ਤਪਾ ਹਾਂ। ਜਦੋਂ ਬਾਹਰ ਸਿਆਣਿਆਂ ਲੋਕਾਂ ਵਿੱਚ, ਉੱਤਮ ਲੋਕਾਂ 'ਚ ਬਹਿੰਦਾ, ਕਹਿੰਦਾ ਮੈਂ ਤਪਾ ਹਾਂ, ਮੈਂ ਤਪਸਵੀ ਹਾਂ, ਮੈਂ ਸਾਧੂ ਹਾਂ। ਤੇ ਮਹਾਰਾਜ ਜੀ ਕਹਿੰਦੇ ਅੰਦਰ ਬਹਿ ਕੇ ਤਪਾ ਪਾਪ ਕਮਾਉਂਦਾ ਹੈ। 100 ਸੁਹਾਗਣ ਵਾਲੀ ਗੱਲ ਹੀ ਹੈ ਨਾ। ਬਾਹਰ ਕਹਿੰਦਾ ਸੀ ਮੈਂ 100 ਸੁਹਾਗਣ, ਅੰਦਰ ਵਿਭਚਾਰ ਭੋਗਦਾ ਸੀ। ਬਾਹਰ ਆਪਣੇ ਆਪ ਨੂੰ ਗੁਰੂ ਕਹਾਉਂਦਾ, ਤਪਾ ਕਹਾਉਂਦਾ, ਤਪਸਵੀ ਕਹਾਉਂਦਾ, ਔਰ ਅੰਦਰ ਬਹਿ ਕੇ ਤਪਾ ਭਾਰੀ ਪਾਪ ਕਮਾਉਂਦਾ ਹੈ। ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵੇਖਾ ਲਿਆ। ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਇਹਦੇ ਅੰਦਰਲੇ ਪਾਪ ਨੂੰ, ਜਿਹੜਾ ਇਹ ਤਪਾ ਅੰਦਰ ਬਹਿ ਕੇ ਪਾਪ ਕਮਾਉਂਦਾ ਸੀ ਨਾ, ਇਹਦੇ ਅੰਦਰਲੇ ਪਾਪ ਨੂੰ ਪੰਚ ਜਨਾਂ ਵਿੱਚ, ਜਿਹੜੇ ਮਹਾਂਪੁਰਖ ਸਾਧੂ ਬੈਠੇ ਸੀ, ਉਹਨਾਂ ਵਿੱਚ ਇਹਦਾ ਪਾਪ ਉੱਗਾ ਕਰ ਵਿਖਾ ਲਿਆ, ਪ੍ਰਗਟ ਕਰਕੇ ਵਿਖਾ ਦਿੱਤਾ ਵੀ ਇਹ ਤਪਾ ਇਸ ਤਰ੍ਹਾਂ ਦਾ ਹੈ, ਇਹਦੀ ਬਿਰਤੀ ਇਸ ਤਰ੍ਹਾਂ ਦੀ ਹੈ। ਉੱਗਾ ਕਰਕੇ ਇਸ ਦੇ ਪਾਪ ਨੂੰ ਪ੍ਰਗਟ ਕਰਕੇ ਵਿਖਾ ਦਿੱਤਾ। ਧਰਮ ਰਾਏ ਜਮ ਕੰਕਰਾਂ ਨੂੰ ਆਕ ਛੱਡਿਆ ਇਸ ਤਪੇ ਨੂੰ ਤਿੱਥੈ ਖੜ ਪਾਇਓ ਜਿੱਥੇ ਮਹਾ ਹਤਿਆਰਿਆ। ਸਤਿਗੁਰੂ ਜੀ ਅੱਗੇ ਦੀ ਗੱਲ ਕਰਨ ਲੱਗੇ ਨੇ, ਪਰਲੋਕ ਦੀ।
ਅੱਜ ਕੱਲ ਕਈ ਪ੍ਰਚਾਰਕ ਸਾਡੇ ਪ੍ਰਚਾਰ ਕਰਨ ਲੱਗ ਪਏ ਨੇ, ਮਤ ਤੇ ਉਹਨਾਂ ਤੇ ਪਰਦਾ ਪੈ ਗਿਆ, ਨਾਸਤਿਕ ਬਿਰਤੀ ਉਹਨਾਂ ਤੇ ਪ੍ਰਭਾਵਿਤ ਹੋ ਗਈ ਆ। ਕਹਿੰਦੇ ਜੀ ਕੋਈ ਧਰਮ ਰਾਜਾ ਨਹੀਂ ਹੁੰਦਾ, ਜੇ ਨਹੀਂ ਹੁੰਦਾ ਤੇ ਫਿਰ ਇੱਥੇ ਗੁਰੂ ਰਾਮਦਾਸ ਸਾਹਿਬ ਜੀ ਕਿਉਂ ਪੇ ਜ਼ਿਕਰ ਕਰਦੇ ਨੇ? ਜੇ ਹੈ ਤਾਂ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਨੇ ਵੀ ਹੈ। ਤੇ ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਧਰਮ ਰਾਜੇ ਨੇ ਵੀ ਆਪਣੇ ਚੇਲਿਆਂ ਨੂੰ, ਜਮ ਕੰਕਰ ਕਹਿੰਦੇ ਨੇ, ਆਪਣੇ ਕੰਕਰ ਸੇਵਕਾਂ ਨੂੰ ਕਹਿ ਦਿੱਤਾ, ਚੇਲਿਆਂ ਨੂੰ ਆਖ ਛੱਡਿਆ, ਕਹਿ ਛੱਡਿਆ ਕੀ ਕਿ ਇਸ ਤਪੇ ਨੂੰ ਤਿੱਥੈ ਖੜ ਪਾਇਓ। ਆ ਜਿਹੜਾ ਤਪਾ ਹੈ ਨਾ ਪਖੰਡੀ ਲੋਭੀ, ਇਹਨੂੰ ਖੜ ਦਾ ਮਤਲਬ ਹੁੰਦਾ ਪਕੜਨਾ। ਮਾਝੇ ਦੇ ਇਲਾਕੇ ਵਿੱਚ ਆਪਾਂ ਪਕੜਨ ਕਹਿੰਦੇ ਆ, ਉਹ ਖੜਨਾ ਕਹਿੰਦੇ ਨੇ, ਵੀ ਖੜ ਕੇ ਲੈ ਜਾਣਾ, ਪਕੜ ਕੇ ਲੈ ਜਾਣਾ। ਤੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਧਰਮ ਰਾਜ ਨੇ ਆਪਣੇ ਜਮਦੂਤਾਂ ਨੂੰ ਕਹਿ ਦਿੱਤਾ ਹੈ ਕਿ ਇਸ ਤਪੇ ਨੂੰ ਖੜ ਕੇ ਪਕੜ ਕੇ ਉੱਥੇ ਸੁੱਟੋ। ਕਿੱਥੇ? ਜਿੱਥੇ ਮਹਾ ਹਤਿਆਰਿਆ, ਜਿੱਥੇ ਬੜੇ ਬੜੇ ਵੱਡੇ ਪਾਪੀਆਂ ਨੂੰ ਸੁੱਟਿਆ ਗਿਆ, ਹਤਿਆਰਿਆਂ ਨੂੰ ਸੁੱਟਿਆ ਗਿਆ, ਉਸ ਜਗ੍ਹਾ ਤੇ ਇਸ ਤਪੇ ਨੂੰ ਨਰਕਾਂ ਵਿੱਚ ਸੁੱਟਿਆ ਜਾਵੇ। ਫਿਰ ਇਸ ਤਪੇ ਦੇ ਮੂੰਹ ਕੋਈ ਲਗੋ ਨਾਈ, ਇਹ ਸਤਿਗੁਰ ਹੈ ਫਿਟਕਾਰਿਆ। ਫਿਰ ਮਹਾਰਾਜ ਜੀ ਨੇ ਵੀ ਬਚਨ ਕੀਤਾ ਨਾਲ ਕਿ ਧਰਮ ਰਾਜੇ ਨੇ ਵੀ ਕਹਿ ਦਿੱਤਾ ਕਿ ਇਸ ਤਪੇ ਦੇ ਫਿਰ ਕਿਸੇ ਨੇ ਮੂੰਹ ਨਹੀਂ ਲੱਗਣਾ। ਕਿਉਂ ਮੂੰਹ ਨਹੀਂ ਲੱਗਣਾ? ਕਿਉਂਕਿ ਇਹ ਗੁਰੂ ਅਮਰਦਾਸ ਸਾਹਿਬ ਦਾ ਫਿਟਕਾਰਿਆ ਹੋਇਆ, ਇਹ ਗੁਰੂ ਦਾ ਫਿਟਕਾਰਿਆ ਹੋਇਆ, ਤੇ ਗੁਰੂ ਦੇ ਇਸ ਫਿਟਕਾਰੇ ਹੋਏ ਦੇ ਕਿਸੇ ਨੇ ਮੂੰਹ ਨਹੀਂ ਲੱਗਣਾ। ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਇਹ ਗੱਲਾਂ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਜੋ ਹਰੀ ਦੇ ਦਰ ਤੇ ਵਰਤਿਆ ਮੈਂ ਉਹ ਕਹਿ ਕੇ ਸੁਣਾ ਰਿਹਾ, ਕਲਪਨਾ ਨਹੀਂ ਹੈ। ਮਹਾਰਾਜ ਕਹਿੰਦੇ ਜੋ ਹੋਇਆ ਹਰੀ ਦੇ ਦਰ ਤੇ ਜੋ ਵਰਤਿਆ ਉਹ ਮੈਂ ਕਹਿ ਕੇ ਸੁਣਾ ਰਿਹਾ ਹਾਂ। ਸੋ 부ਝੈ ਜੋ ਦਇ ਸਵਾਰਿਆ। ਇਸ ਗੱਲ ਨੂੰ ਉਹ ਬੁੱਝੇਗਾ ਜਿਹਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਆਪਣੇ ਹੱਥੀਂ ਸਵਾਰੇਗਾ। ਜੋ ਪਈ ਸਤਿਗੁਰ ਦਿਆਲ ਦਇਆ ਕੇ ਰੂਪ, ਬੈਠਤ ਪੰਕਤ ਬੀਚ ਅਨੂਪ। ਇਹ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਨੇ ਸ਼ਲੋਕ ਉਚਾਰਿਆ ਉਸ ਸਮੇਂ ਪ੍ਰਥਾਏ। ਤੇ ਕਹਿੰਦੇ ਇੱਧਰ ਗੁਰੂ ਅਮਰਦਾਸ ਸਾਹਿਬ ਜੋ ਦਇਆ ਦਾ ਸਰੂਪ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਪੰਗਤਾਂ ਲੱਗੀਆਂ ਹੋਈਆਂ ਨੇ। ਹਟਕਿਓ ਨਾਹੇ ਦਿਓ ਤਿਸ ਭੋਜਨ, ਨਿੰਦਕ ਤੇਰ ਕਾਰਿਓ ਸਭ ਲੋਗਨ। ਕਹਿੰਦੇ ਜਿਹੜਾ ਉਹ ਪੁੱਤਰ ਡਿੱਗਾ ਸੀ ਨਾ, ਮਹਾਰਾਜ ਜੀ ਨੇ ਉਹਨੂੰ ਮੋੜਿਆ ਨਹੀਂ, ਕਹਿੰਦੇ ਵੀ ਇਹਨੂੰ ਵੀ ਛਕਾਓ ਲੰਗਰ, ਸ਼ਰਫੀ ਵੀ ਦਿਓ, ਮੋਹਰ ਵੀ ਦਿਓ ਸੋਨੇ ਦੀ। ਤੇ ਮਹਾਰਾਜ ਜੀ ਨੇ ਉਹਨੂੰ ਪੰਗਤ ਵਿੱਚ ਬਿਠਾ ਕੇ ਉਹਨੂੰ ਵੀ ਲੰਗਰ ਛਕਾਇਆ। ਤੇ ਪਰ ਜਿਹੜਾ ਗੁਰੂ ਘਰ ਦਾ ਨਿੰਦਕ ਸੀ ਤਪਾ, ਉਹਨੂੰ ਤਿਰਕਾਰਾਂ ਪਾਈਆਂ, ਸਾਰਿਆਂ ਲੋਕਾਂ ਨੇ ਲਾਹਨਤਾਂ ਪਾਈਆਂ। ਦੋਏਰਾ ਇਹ ਸਾਖੀ ਜੇ ਕੋ ਸੁਨੈ, ਪੜੈ ਕਰੈ ਬਖਿਆਨਾ। ਭਾਈ ਸਾਹਿਬ ਕਹਿੰਦੇ ਜਿਹੜੀ ਸਾਖੀ ਆਪ ਜੀ ਨੇ ਸੁਣੀ ਹੈ ਤਪੇ ਦੀ, ਗੁਰੂ ਅਮਰਦਾਸ ਸਾਹਿਬ ਜੀ ਦੀ ਵਡਿਆਈ ਦੀ ਔਰ ਤਪੇ ਦੇ ਤਿਰਸਕਾਰ ਦੀ, ਕਹਿੰਦੇ ਇਸ ਸਾਖੀ ਨੂੰ ਜੇ ਕੋਈ ਪਿਆਰ ਨਾਲ ਪੜ੍ਹੇਗਾ ਜਾਂ ਇਸ ਨੂੰ ਪਠੇਗਾ, ਇਹਦਾ ਵਖਿਆਨ ਕਰੇਗਾ। ਜਿਸ ਕੇ ਨਿੰਦਕ ਨਾਸ਼ ਸਭ ਹੋਤ ਜਗ ਮੈਂ ਜਾਨ। ਜਾਂ ਫਿਰ ਇਸ ਸਾਖੀ ਨੂੰ ਕੋਈ ਸੁਣੇਗਾ ਜਾਂ ਪੜ੍ਹੇਗਾ, ਉਹਦੇ ਜਿੰਨੇ ਨਿੰਦਕ ਨੇ ਇਸ ਸੰਸਾਰ ਦੇ ਵਿੱਚ, ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਦੇ ਸਾਰੇ ਨਿੰਦਕਾਂ ਦਾ ਨਾਸ ਹੋਵੇਗਾ, ਉਹਨਾਂ ਦੇ ਸਾਰੇ ਨਿੰਦਕ ਨਸ਼ਟ ਹੋ ਜਾਣਗੇ, ਉਹਨਾਂ ਦੇ ਸਮਗਰ ਨਿੰਦਕਾਂ ਦਾ ਨਾਸ਼ ਹੋਵੇਗਾ ਜਿਹੜੇ ਇਸ ਸਾਖੀ ਨੂੰ ਪੜ੍ਹਨਗੇ ਔਰ ਸੁਣਨਗੇ। ਸ਼੍ਰੀ ਸਤਿਗੁਰ ਤਾਰਨ ਤਰਨ ਦੀਨ ਬੰਦ ਗੁਣ ਖਾਨ। ਧੰਨ ਗੁਰੂ ਅਮਰਦਾਸ ਸਾਹਿਬ ਜੀ ਤਾਰਨ ਤਰਨ ਨੇ, ਦੀਨਾ ਬੰਧੂ ਨੇ ਔਰ ਬੰਧਨਾਂ ਨੂੰ ਕੱਟਣ ਵਾਲੇ ਗੁਣਾਂ ਦੀ ਖਾਨ ਹਨ। ਜੋ ਜੋ ਆਵੇ ਸ਼ਰਨ ਕੋ ਸੋ ਸੋ ਲੈ ਕਲਿਆਣ। ਜਿਹੜਾ ਜਿਹੜਾ ਸਤਿਗੁਰਾਂ ਦੀ ਸ਼ਰਨ ਵਿੱਚ ਆਉਂਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨੂੰ ਕਲਿਆਣ ਬਖਸ਼ਦੇ ਹਨ, ਉਹਨੂੰ ਮੋਕਸ਼ ਤੇ ਮੁਕਤੀ ਬਖਸ਼ਦੇ ਨੇ। ਸਾਹਿਬ ਜੀ ਦੀ ਹੋਰ ਪਾਵਨ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ ਕਿ ਕਿੱਡੇ ਵੱਡੇ ਦਿਆਲੂ ਨੇ ਸਤਿਗੁਰੂ ਜੀ, ਕਿਵੇਂ ਕਿਵੇਂ ਦਇਆ ਕਰਦੇ ਹਨ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।